जय गुरुदेव जय भीम प्यारे दर्शकों, मैं राम चाहल लैके आया थोड़े लिए प्रोग्राम पक्ष दे मसले हर वीरवार 7 ਤੋਂ 8। ਅੱਜ ਦੀ ਮੁੱਖ ਜਿਹੜੀ ਵਿਸ਼ੇ ਉਹ ਜ਼ਿਆਦਾਤਰ ਜੋ ਵੀ ਅਖਬਾਰ ਚੱਕੋ, ਟੀਵੀ ਤੇ ਬੈਠੋ, ਕੋਈ ਨਿਊਜ਼ ਸੁਣ ਲਓ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਵੈਸੇ ਇਸ ਵੇਲੇ ਜਿਹੜਾ ਸਾਰੇ ਭਾਰਤ ਦਾ ਸੰਘਰਸ਼ ਬਣ ਗਿਆ ਕਿਸਾਨੀ ਘੋਲ। शुरू लहर जिहड़ी आ आवाज़ जिहड़ी आ वो बुलंद होनी पंजाब तो शुरू हुई सी ते जिस नूं पूरे भारत दे विच फैला दिता गया। ताज़ियां खबरां ये भी ने कि कुछ सैनिक जिहड़े रिटायर होए ने वो भी इकट्ठे हो गए इस कोल दे विच शामिल हो रहे हैं। लेकिन जिन्नी तेज़ी दे नाल ये मोर्चा जिहड़ा आ वो तपदा जा रहा, भखदा जा रहा, उसदे बावजूद भी नरेंद्र मोदी प्रधान मंत्री इंडिया का उसका बयान है कि खेती मसले रद्द नहीं होणगे। जिथे सारे ये आस करते भी अज नहीं तो कल नूं किसान आपो अपने घरां च जाण, उत्थे ये गल बड़े हिक ठोक के दागी गई आ कि खेती मसले हल नहीं होणगे। फिर की भारत गुलामी वाल बढ़ेगा कि बाहरियां कंपनियां आके काम शुरू करनगियां कि खेती ते बाहरियां कंपनियां दा कब्जा होवेगा। मेरे मानयोग बैठे ने साडे दो वंत भगवंत ते कुलवंत जी। सर जी सब तो पहला जय गुरुदेव जय भीम। जय गुरुदेव जय भीम जी। सारे साथियों देखने वाले श्रोतिਆਂ ਨੂੰ भी प्यारे दर्शकों पूरे 20 मिनट बाद तुसी सानू कॉल कर सकते हैं ਜਿਹੜੇ भी विषय ਤੇ ਤੁਸੀਂ ਗੱਲ ਕਰਨੀ ਹੋਵੇ 20 ਮਿੰਟ ਬਾਅਦ, ਕਿਉਂਕਿ ਜਦੋਂ ਅਸੀਂ ਪਹਿਲਾਂ ਸ਼ੁਰੂ ਕਰ ਦਿੰਦੇ ਕਾਲਾਂ ਲੈਣੀਆਂ ਤੇ ਸਾਰਾ ਟਾਈਮ ਜਿਹੜਾ ਉਹ ਕਾਲਾਂ ਤੇ ਰਹਿ ਜਾਂਦਾ। ਜਿਹੜੀ ਮੇਨ ਗੱਲ ਕਰਨੀ ਹੁੰਦੀ ਬਹੁਤੀ ਵਾਰੀ ਉਹ ਰਹਿ ਜਾਂਦੀ। ਤੁਹਾਡੀਆਂ ਗੱਲਾਂ ਵੀ ਬਹੁਤ ਜ਼ਰੂਰੀ ਹੁੰਦੀਆਂ, ਲੇਕਿਨ 2-3 ਮਿੰਟ ਦੇ ਵਿੱਚ ਜਿਹੜੀ ਵੀ ਤੁਸੀਂ ਗੱਲ ਕਰਨੀ ਹੋਵੇ ਸਾਡੇ ਨਾਲ ਕਰ ਸਕਦੇ ਆ। ਕੀ ਬਾਹਰਲੀਆਂ ਕੰਪਨੀਆਂ ਹਾਂਜੀ ਇਹ ਚਾਹਲ ਜੀ ਇਦਾਂ ਆ ਜੀ ਵੀ ਜਿਹੜੀ ਬਾਹਰਲੀਆਂ ਕੰਪਨੀਆਂ ਤੁਸੀਂ ਗੱਲ ਕਰਦੇ ਆ ਜੀ, ਇਹ ਜਿਹੜੇ ਖੇਤੀ ਕਾਨੂੰਨ ਆ, ਜਿਹੜੇ ਇਹ ਬਿੱਲ ਆ ਜਿਹੜੇ ਪਾਸ ਹੋ ਚੁੱਕੇ ਆ, ਇਹ ਲਿਆਂਦੇ ਗਏ ਭਾਰਤ ਦੇ ਵਿੱਚ ਜੀ। ਇਹ ਜਿਹੜਾ ਇਹਦੇ ਪਿੱਛੇ ਜਿਹੜਾ ਰਾਜ ਆ, ਛੜਯੰਤਰ ਆ, ਇਹ ਕਾਫੀ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਜੀ, ਜਦੋਂ ਦੀ ਮੋਦੀ ਗਵਰਨਮੈਂਟ ਬਣੀ ਆ ਜੀ। ਕਿਉਂਕਿ ਜਦੋਂ ਇਹ ਮੀਟਿੰਗਸ ਹੋਈਆਂ ਕਿਸਾਨਾਂ ਦੇ ਨਾਲ ਪਹਿਲਾਂ ਜੀ, ਹੁਣ ਨਹੀਂ ਇਸ ਤੋਂ ਪਹਿਲਾਂ ਅਕਤੂਬਰ 2017 ਦੇ ਵਿੱਚ ਜਦੋਂ ਆਪਾਂ ਉਦੋਂ ਦੀ ਗੱਲ ਕਰੀਏ, ਦੇਖੋ ਇਹ ਜਿਹੜੇ ਕਾਰਪੋਰੇਟ ਆ, ਕਾਰਪੋਰੇਟਾਂ ਨੂੰ ਖੇਤੀ ਧੰਦੇ ਦੇ ਵਿੱਚ ਕਿਉਂ ਲਿਆਂਦਾ ਜਾ ਰਿਹਾ ਜੀ। ਜਦੋਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ, ਜਿੱਦਾਂ ਭਗਵੰਤ ਸਿੰਘ ਹੋਣਾ ਜੀ ਨੇ ਕੀਤੀ ਸੀ ਕਿ ਵੀ WTO ਵਰਗੀਆਂ ਜਿਹੜੀਆਂ ਵੱਡੀਆਂ ਆਰਗੇਨਾਈਜੇਸ਼ਨ ਹੈਗੀਆਂ ਆ, ਕੰਪਨੀਆਂ ਜਿਹੜੀਆਂ, ਚਾਹੇ ਉਹ ਕਾਰਗਿਲ ਵਰਗੀਆਂ ਕੰਪਨੀਆਂ ਆ, ਕਾਰਗਿਲ ਉਹ ਨਹੀਂ ਜਿਹੜੀ ਆਪਾਂ ਜੰਗ ਜਿੱਤੀ ਸੀ, ਉਹ ਨਹੀਂ, ਜਿਹੜੀ ਕਿ ਅਮਰੀਕਨ ਕੰਪਨੀਆਂ ਆ, ਇਹ ਜਿਹੜੀ ਕਿ ਕਾਰਗਿਲ ਦੀ ਆਪਾਂ ਗੱਲ ਕਰਦੇ ਆ, ਕਾਰਗਿਲ ਕੰਪਨੀ ਆ ਨਾ ਜਿਹੜੀ ਇਹ, ਉਹਨੇ ਆਪਣਾ ਜਿਹੜਾ ਬੇਸ ਆ, ਉਹਨੇ ਆਪਣਾ ਜਿਹੜਾ ਤਾਣਾ ਬਾਣਾ ਆ, ਉਹ ਚਾਹਲ ਜੀ ਤਕਰੀਬਨ 125 ਕੰਟਰੀਆਂ ਦੇ ਵਿੱਚ ਬਣਾ ਚੁੱਕੀ ਆ ਜੀ। ਉਹ ਐਡੀ ਵੱਡੀ ਕੰਪਨੀ ਆ ਵੀ ਉਹ ਸਾਰਾ ਸੀਡ ਆ ਜਿਹੜਾ ਦੁਨੀਆ ਦਾ, ਚਾਹੇ ਉਹ ਸੋਇਆਬੀਨ ਹੋਵੇ, ਵੈਜੀਟੇਬਲ ਆਇਲਸ ਹੋਣ, ਚਾਹੇ ਹੋਰ ਜਿਹੜੇ ਕੋਰਨਸ ਹੋਣ, ਹੋਰ ਜਿਹੜੇ ਇਹਦੇ ਤੇ ਉਹ ਸਾਰਾ ਸਟਾਕ ਉਹ ਜਿਹੜਾ ਸਟੋਰੇਜ ਕਰਦੀ ਆ ਕੰਪਨੀ। ਹੁਣ ਤੁਸੀਂ 125 ਮੁਲਕਾਂ ਦੇ ਵਿੱਚ ਜੇ ਉਹ ਕੰਪਨੀ ਨੇ ਪੈਰ ਪਸਾਰੇ ਹੋਏ ਆ, ਉਹ ਜਿਹੜੀ ਕੰਪਨੀ ਆ ਈਵਨ ਇੱਥੋਂ ਤੱਕ ਤੁਸੀਂ ਮੰਨ ਕੇ ਚੱਲੋ ਵੀ ਉਹਦੇ ਕੋਲ ਆਪਣੇ ਸੈਟਲਾਈਟ ਆ ਜੀ। ਸੋ ਇੱਦਾਂ ਦੀਆਂ ਕੰਪਨੀਆਂ ਦੇ ਨਾਲ ਇਹਨਾਂ ਦੇ ਸਮਝੌਤੇ ਹੋਏ ਆ। ਅਸੀਂ ਤਾਂ ਸਿਰਫ ਅਡਾਨੀ ਜਾਂ ਅੰਬਾਨੀਆਂ ਤੱਕ ਹੀ ਜਾਂਦੇ ਆ, ਸਾਨੂੰ ਉਹਨਾਂ ਤੱਕ ਹੀ ਪਤਾ ਆ ਹੈ ਨਾ ਵੀ ਇਹ ਜਿਹੜੇ ਲੋਕ ਆ ਇਹ ਸਾਡੀਆਂ ਫਸਲਾਂ ਤੇ ਜਾਂ ਸਾਡੀਆਂ ਜ਼ਮੀਨਾਂ ਤੇ ਇਹਨਾਂ ਨੇ ਕਬਜ਼ੇ ਕਰ ਲੈਣੇ ਆ। ਪਰ ਇਹਨਾਂ ਦੇ ਪਿੱਛੇ ਵੀ ਹੋਰ ਇਹਨਾਂ ਦੇ ਵੱਡੇ ਹੱਥ ਵੀ ਬੈਠੇ ਆ, ਜਿਨ੍ਹਾਂ ਦੇ ਉਹ 51% ਤੇ 49% ਵਾਲੀ ਜਿਹੜਾ ਲੋ ਆ, ਜਿਹੜਾ ਇੰਡੀਆ ਦਾ ਆ, ਵੀ ਉਹਦੇ ਵਿੱਚ ਜਦੋਂ ਕੋਈ ਬਾਹਰਲੀ ਕੰਟਰੀ ਤੋਂ ਨਿਵੇਸ਼ ਕਰਦਾ ਕਿੱਦਾਂ ਹੋਣਾ ਉਹ। ਸੋ ਇਹ ਬਹੁਤ ਵੱਡੇ ਘਪਲੇ ਆ ਜਿਹੜੇ ਇਹਨਾਂ ਦੇ ਪਿੱਛੇ ਆ। ਸੋ ਇਹ ਲੋਕਾਂ ਨੂੰ ਜਿੱਦਾਂ ਨਾ ਗੁਲਾਮ ਬਣਾ ਕੇ ਉਹਨਾਂ ਨੂੰ ਗਰੀਬੀ ਵੱਲ ਧੱਕਣ ਲਈ ਇਹ ਮਜਬੂਰ ਕਰ ਰਹੇ ਆ। ਸੋ ਇਹ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਆ ਕੇ ਤਾਂ ਇਹ ਖੇਤੀ ਦੇ ਉੱਤੇ ਬਦਲਦੇ ਹੋਏ ਟਾਈਮ ਦੇ ਨਾਲ, ਹਾਂਜੀ ਭਗਵੰਤ ਜੀ, ਬਦਲਦੇ ਹੋਏ ਟਾਈਮ ਦੇ ਨਾਲ ਖੇਤੀ ਵੀ ਬਦਲੇਗੀ। ਜਿਵੇਂ ਸ਼ੁਰੂ ਦੇ ਵਿੱਚ ਤੁਸੀਂ ਗੱਲ ਕਰ ਲਓ, ਜਦੋਂ ਸਾਡਾ ਬਚਪਨ ਸੀ, ਟੈਲੀਫੋਨ ਜਿਹੜਾ 15 ਸਾਲ ਨਹੀਂ ਸੀ ਹੁੰਦਾ, ਜਿਨ੍ਹਾਂ ਨੇ ਜਮ੍ਹਾਂ ਕਰਾਏ ਹੁੰਦੇ ਸੀ ਉਹ
ਨਾਨੇ ਬਾਬੇ ਮਰ ਜਾਂਦੇ ਸੀ, ਉਹਨਾਂ ਦੇ ਗਾਂ ਪੁੱਤ ਜਿਹੜੇ ਉਹ ਟੈਲੀਫੋਨ ਘਰ 'ਚ ਆਉਂਦੇ ਸੀ। ਜਦੋਂ ਮੋਬਾਈਲ ਆਇਆ ਤੇ ਉਹਨਾਂ ਘਰਾਂ ਦੇ ਫੋਨ ਜਿਹੜੇ ਆ ਇੱਕਦਮ ਆਏ ਮਾਰਕੀਟ 'ਚ, ਪੇਜਰ ਆਏ, ਪੇਜਰ ਥੋੜ੍ਹੇ ਦਿਨ ਰਹੇ ਤੋਂ ਬਾਅਦ ਮੋਬਾਈਲ ਨੇ ਆਪਣੀ ਜਗ੍ਹਾ ਲੈ ਲਈ। ਕੀ ਜਿਹੜੀ ਖੇਤੀ ਆ ਉਹ ਵੀ ਆਉਣ ਵਾਲੇ ਸਮੇਂ 'ਚ ਨਵੀਨਤਨ ਹੋ ਸਕਦੀ ਆ? ਦੇਖੋ, ਨਵੀਨਤਾ ਪਹਿਲਾਂ ਵੀ ਆਈ ਹੋਈ ਆ ਜੀ, ਜਿਵੇਂ ਕਿ ਕੰਬਾਈਨ ਆ ਜੀ, ਜਾਂ ਤਵੀਆਂ ਆ, ਇਹ ਸਾਰੀਆਂ ਨਵੀਨਤਾ ਹੀ ਹੈਗੀਆਂ। ਤੇ ਇਹ ਆ ਜਿਹੜੀ ਟੈਕਨੋਲੋਜੀ ਆ ਉਹ ਇੱਕ ਚੀਜ਼ ਹੋਰ ਆ, ਤੇ ਉਹਦਾ ਮਿਸਯੂਜ਼ ਇੱਕ ਹੋਰ ਚੀਜ਼ ਹੈਗੀ ਆ। ਜਿਹੜੀ ਆਪਾਂ ਗੱਲ ਕਰਦੇ ਹਾਂ, ਆਪਾਂ ਨੂੰ ਥੋੜ੍ਹੀ ਜਿਹੀ ਉਹੀ ਕਹਿਣਾ ਵੀ ਅਸਲ ਦੇ ਵਿੱਚ ਜਿਹੜੀ ਨਾ ਇੰਟਰਨੈਸ਼ਨਲ ਕੰਪਨੀਆਂ ਜੀ 1991 ਦੇ ਵਿੱਚ ਮੇਰੇ ਵੀਰਾਂ ਨੂੰ ਚੇਤਾ ਹੋਗਾ ਵੀ ਯੂਰਪ ਦੇ ਵਿੱਚ ਗੈਟ ਸਮਝੌਤਾ ਹੋਇਆ ਸੀਗਾ, ਜਿਹਦਾ ਉਹ ਲਗਭਗ ਸਾਰੀ ਦੁਨੀਆ ਦੇ ਉੱਤੇ ਉਹਨਾਂ ਨੇ ਲਾਗੂ ਕੀਤਾ। ਉਹ ਪਾਸ ਹੋਇਆ ਤੇ ਉਹਦਾ 93 'ਚ ਉਹ ਐਕਟਿਵ ਹੋ ਗਿਆ ਸੀ। ਉਹਦੇ ਥੱਲੇ ਕੀ ਸੀਗਾ, ਜਦੋਂ ਆਪਣੇ ਵੀਰਾਂ ਨੂੰ ਚੇਤਾ ਹੋਊਗਾ ਵੀ ਜਿਹੜਾ ਕਿਸਾਨ ਆ ਆਪਣਾ ਬੀਜ ਆਪ ਨਹੀਂ ਰੱਖ ਸਕਦਾ, ਜਿੱਦਾਂ ਅਸੀਂ ਪਹਿਲਾਂ ਕਣਕ ਸੀਗੀ ਪਹਿਲੀ ਰੱਖੀ ਹੁੰਦੀ ਸੀ 2 ਬੋਰੀਆਂ ਤੇ ਉਹ ਬੀਜ ਲੈਂਦੇ ਸੀਗੇ, ਜਿੱਦਾਂ ਇਹ ਕਾਨੂੰਨ ਸੀ ਵੀ ਸਟੋਰੇਜ ਨਹੀਂ ਕਰ ਸਕਦੇ ਅਸੀਂ, ਜਿਹੜਾ ਕਿਸਾਨ ਸੀਗਾ ਸਟੋਰੇਜ ਨਹੀਂ ਕਰ ਸਕਦਾ। ਤੇ ਉਹ ਮਤਲਬ ਕਿ ਇਹਨਾਂ ਨੇ ਉਸ ਦੇ ਨਾਲ ਫਿਰ ਫਰਟੀਲਾਈਜ਼ਰ ਹੈ ਉਹ ਬੀਜ ਵੀ ਨਹੀਂ ਲੱਗਦਾ, ਤੇ ਆਪਣਾ ਉਹ ਫਰਟੀਲਾਈਜ਼ਰ ਨਾਲ ਰਿਲੇਟਡ ਜਿਹੜੀ ਫਰਟੀਲਾਈਜ਼ਰ ਦੀ ਦਵਾਈਆਂ ਸੀ ਉਹ ਇਸ ਤਰ੍ਹਾਂ ਉਹਨਾਂ ਨੇ ਜੱਕੜ ਬੰਨਿਆ ਸੀ ਵੀ ਤੁਸੀਂ ਉਹਦੇ ਵਿੱਚ ਫਸ ਜਾਂਦੇ ਸੀਗੇ। ਜਿਹੜਾ ਕਿ ਅੱਜ ਆਪਾਂ ਨੂੰ ਪਤਾ ਕਿ ਆਪਾਂ ਉਦੋਂ ਲੋਕਾਂ ਨੇ ਉਸ ਟਾਈਮ ਦੇ ਵੀ ਜਿਹੜੇ ਅਸਲ ਦੇ ਵਿੱਚ ਕੁਝ ਲੋਕ ਜਿਹੜੇ ਸਿਆਣੇ ਲੋਕ ਸੀ ਖੱਬੇ ਪੱਖੀ, ਉਹਨਾਂ ਨੇ ਉਦੋਂ ਵੀ ਗੱਲ ਚੱਕੀ ਸੀ ਗਲਤ, ਸਾਨੂੰ ਗਲਤ ਪਾਸੇ ਲੈ ਕੇ ਜਾ ਰਿਹਾ, ਤੇ ਰਿਜ਼ਲਟ ਭੈੜੇ ਨਿਕਲਣੇ ਨੇ, ਜਿਹੜੇ ਰਿਜ਼ਲਟ ਅੱਜ ਹੁਣ ਸਾਹਮਣੇ ਆਏ ਨੇ। ਉਹ ਫਿਰ ਦੇਖੋ ਇੱਕ ਗੱਲ ਇਹ ਆ ਨਾ, ਦੇਖੋ ਜਿਹੜੀ ਇੰਟਰਨੈਸ਼ਨਲ ਪੱਧਰ ਤੇ ਜਿਹੜੀ ਮਾਰਕੀਟ ਮਿਲ ਰਹੀ ਆ ਇਹਨਾਂ ਕੰਪਨੀਆਂ ਨੂੰ, ਉਹ ਦੇਖੋ 2 ਕੰਟਰੀਆਂ ਆ, ਇੱਕ ਚਾਈਨਾ ਤੇ ਇੱਕ ਇੰਡੀਆ ਆ। ਦੇਖੋ ਜੀ ਇਹਨਾਂ ਦੀ ਆਪਾਂ ਪਾਪੂਲੇਸ਼ਨ ਲਾ ਲਈਏ ਤੇ ਨਾਲ ਪਾਕਿਸਤਾਨ ਨੂੰ ਜੋੜ ਲਈਏ, ਤਿੰਨਾਂ ਕੰਟਰੀਆਂ ਦੀ ਜਿਹੜੀ ਪਾਪੂਲੇਸ਼ਨ ਹੈ ਉਹ 50% ਹੋ ਜਾਂਦੀ ਹੈ ਪੂਰੀ ਦੁਨੀਆ ਦੀ, ਹੈ ਨਾ। ਦੇਖੋ ਇਹਨਾਂ ਨੂੰ ਮੁਫਤ ਦੇ ਵਿੱਚ ਜਿਹੜੀ ਇੰਡੀਆ ਦੀ ਪਾਪੂਲੇਸ਼ਨ ਆ ਉਹਨੂੰ ਟਾਰਗੇਟ ਕਰਨ ਲਈ, ਉਹਨਾਂ ਤੇ ਰਾਜ ਕਰਨ ਲਈ ਇੱਕ ਸਟੇਟ ਵਿੱਚ ਜਿੱਦਾਂ ਮੋਦੀ ਵਰਗਾ ਜੇ ਇੱਕ ਇਹੋ ਜਿਹਾ ਬੇਵਕੂਫ ਬੰਦਾ ਜਿਹੜਾ ਉਹ ਮਿਲ ਚੁੱਕਿਆ ਆ, ਉਹਨਾਂ ਨੂੰ ਗੁਲਾਮ ਬਣਾਉਣ ਲਈ, ਕਿਉਂਕਿ ਚਾਈਨਾ ਮੂੰਹ ਲੱਗਣ ਨਹੀਂ ਦਿੰਦਾ, ਚਾਈਨਾ ਤਾਂ ਕਿਸੇ ਨੂੰ ਵੜਨ ਨਹੀਂ ਦਿੰਦਾ ਅੰਦਰ। ਚਾਈਨਾ ਕੋਲ ਆਪਣੀ ਪ੍ਰੋਡਕਸ਼ਨ ਬਹੁਤ ਆ, ਚਾਹੇ ਉਹ ਟੈਕਨੋਲੋਜੀ ਦੇ ਵਿੱਚ ਲਾ ਲਓ, ਚਾਹੇ ਉਹ ਕਿਸੇ ਵੀ ਅਦਾਰੇ ਦੇ ਵਿੱਚ ਲਾ ਲਓ, ਤਾਂ ਸੂਈ ਤੋਂ ਲੈ ਕੇ ਜਹਾਜ਼ ਤੱਕ ਤਾਂ ਉਹਨਾਂ ਦੀ ਆਪਣੀ ਪ੍ਰੋਡਕਸ਼ਨ ਆ। ਸੋ ਇੰਡੀਆ ਵਰਗੀ ਕੰਟਰੀ ਦੇ ਵਿੱਚ ਤੇ ਕਰਪਸ਼ਨ ਬਹੁਤ ਜ਼ਿਆਦਾ ਹੈ, ਜਿੱਥੋਂ ਕਿ ਕੁਝ ਵੀ ਕੋਈ ਹਾਸਲ ਨਹੀਂ ਕੀਤਾ ਜਾ ਸਕਦਾ। ਜਦ ਕਿ ਪਿੱਛੇ ਥੋੜ੍ਹੀ ਆਪਾਂ ਮਨਮੋਹਨ ਸਿੰਘ ਦੀ ਗੱਲ ਕਰੀਏ, ਜਦੋਂ ਇੱਥੋਂ ਕੰਪਨੀਆਂ ਦੇਖੋ ਕਿੰਨੀਆਂ ਗਈਆਂ, ਚਾਹੇ ਕੋਲ ਸੈਂਟਰ ਹੋਣ, ਕਿੱਦਾਂ ਇੰਡੀਆ ਗਏ, ਪਰ ਉਹ ਵੀ ਲੋਕ ਇੱਥੇ ਵਾਪਸ ਉਹਨਾਂ ਨੂੰ ਆਉਣਾ ਪਿਆ, ਕਿਉਂਕਿ ਉੱਥੇ ਕਰਪਸ਼ਨ ਹੀ ਐਡੇ ਵੱਡੇ ਪੱਧਰ ਤੇ ਆ ਕਿ ਉਹ ਜਿੱਦਾਂ ਉਹ ਕਿਸੇ ਨਾ ਕਿਸੇ ਉਹ ਜਾਲ ਦੇ ਵਿੱਚ ਫਸਾ ਕੇ ਤਾਂ ਲੋਕਾਂ ਨੂੰ ਭਰਮਾ ਕੇ ਤਾਂ ਉਹਨਾਂ ਦੇ ਜਿਹੜੇ ਬਿਜ਼ਨਸ ਆ ਉਹ ਠੱਪ ਕਰ ਦਿੰਦੇ ਆ ਉਹ। ਤੇ ਇਹੋ ਜਿਹੇ ਕਾਰਨ ਨੇ। ਇਹਦਾ ਮੌਕਾ ਜਿਹੜਾ ਉਹ ਜਿਹੜੇ ਕਿਸਾਨ ਕੋਲੋਂ ਜਿਹੜਾ ਅੱਗੇ ਵਧਣ ਦਾ ਮੌਕਾ ਆ ਉਹ ਖੋਇਆ ਜਾ ਰਿਹਾ ਲੱਗਦਾ। ਇਸ 'ਚ ਪਤਾ ਜੇ ਆਪਾਂ ਆਮ ਸਮਝਦੇ ਗੱਲਾਂ ਤਾਂ ਲਗਭਗ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਜਿਹੜਾ ਕਿਸਾਨ ਇਹ ਜਿਹੜਾ ਅਸਲ 'ਚ ਜਿਹੜੀ ਧੁਖਦੀ ਸੀ ਨਾ ਅੱਗ, ਦੇਰ ਦੀ ਧੁਖਦੀ ਆ ਰਹੀ ਆ, ਜਿਹੜਾ ਕਿਸਾਨੀ ਨੂੰ ਅੱਜ ਸੁਸਾਈਡ ਦੇ ਕੰਢੇ 'ਤੇ ਲਿਆਂਦਾ, ਉਹ ਅਸਲ ਦੇ ਵਿੱਚ ਬਹੁਤ ਦੇਰ 'ਚ ਲਿਆਉਂਦਾ। ਕਿਉਂਕਿ ਜਿੱਥੇ ਉਹ ਆਪਾਂ ਸਾਰੇ ਫਿਗਰ ਪੜ੍ਹੇ ਲਿਖੇ ਦੇਖਦੇ ਨੇ ਵੀ ਜਿਹੜੀ ਫਸਲਾਂ ਦੀ ਕੀਮਤ ਆ ਉਹ ਪਿਛਲੇ 17 ਸਾਲਾਂ ਦੇ ਵਿੱਚ 19 ਗੁਣਾ ਵਧੀ ਆ। ਤੇ ਜਦੋਂ ਹੋਰ ਚੀਜ਼ਾਂ ਦੀ ਪ੍ਰਾਈਸਿਸ ਦੇਖਦੇ, ਹੋਰ ਚੀਜ਼ਾਂ ਉਹ ਤਨਖਾਹ ਦੇਖਦੇ ਹੋ ਤੁਸੀਂ, ਟੀਚਰਸ ਦੀ ਮੈਂ ਉਹਨਾਂ ਨੂੰ ਕੰਪੈਰੀਜ਼ਨ ਨਹੀਂ ਕਰਦਾ ਉਹਨਾਂ ਦੇ ਵੀ ਉਹ ਦੇਖਦੇ ਆ, ਤੇ ਜਾਂ ਹੋਰ ਜਿਹੜੇ ਐਮਪੀਜ਼ ਦੀ ਦੇਖੋ ਤਨਖਾਹ ਤਾਂ 150 ਤੋਂ 200 ਉਹਨਾਂ ਨਾਲ 200 ਵਧੀਆ, ਕਿਤੇ 19 ਗੁਣਾ ਵਧੀਆ, ਕਿਤੇ 200 ਗੁਣਾ ਵਧੀਆ। ਤੇ ਉਹ ਜਿਹੜੇ ਲੋਕ ਆ ਜਿਹੜੀ ਕਿਸਾਨੀ ਆ, ਦੇਖੋ ਜਿੱਥੋਂ ਕਿ ਮੈਂ ਗੱਲ ਕਰਦਾ ਵੀ ਜਿੱਦਾਂ ਜਿਵੇਂ ਕਿ ਜੇ ਹੁਣ ਕਿਸਾਨੀ ਦੇ ਲਈ ਗੌਰਮੈਂਟ ਨੂੰ ਤਾਂ ਚਾਹੀਦਾ ਸੀ ਕਿ ਇਹਨਾਂ ਨੂੰ ਨਵੀਂ ਤਕਨੀਕ ਦੇ ਨਾਲ ਇਹਨਾਂ ਨੂੰ ਖੇਤੀ ਦੇ ਵਿੱਚ ਨਵੇਂ ਸੀਡਸ ਆਉਂਦੇ, ਨਵੀਂ ਟੈਕਨੋਲੋਜੀ ਦੇ ਹਿਸਾਬ ਨਾਲ ਇਹ ਖੇਤੀ ਕਰਦੇ। ਸੋ ਇਹਨਾਂ ਨੂੰ ਨਵੀਂ ਖੇਤੀ ਕਰੂ ਕਿੱਦਾਂ ਜਦੋਂ ਦੇਸ਼ ਦਾ ਸਦਰ ਜਿਹੜਾ ਉਹ ਸਿਰਫ ਅਮੀਰਾਂ ਦੇ ਪਿੱਛੇ ਆ? ਨਹੀਂ, ਆਹੀ ਤਾਂ ਪ੍ਰੋਬਲਮ ਆ ਨਾ, ਇਹੀ ਤਾਂ ਪ੍ਰੋਬਲਮ ਆ। ਖੇਤੀ ਉਹ ਜਾਣੀ ਕਿ ਜਿਹੜੀ ਗੱਲ ਕਰ ਰਹੇ ਆ ਵੀ ਇਹ ਖੋਣੀ ਚਾਹੁੰਦੇ ਆ। ਦੇਖੋ ਜਦੋਂ ਇਹਨਾਂ ਦੀ ਮੀਟਿੰਗਸ ਹੋਈਆਂ, ਇਹਨਾਂ ਨੇ ਕਿਹਾ ਕਿ ਖੇਤੀ ਹੁਣ ਲਾਹੇਵੰਦ ਦਾ ਧੰਦਾ ਨਹੀਂ ਰਹਿ ਗਿਆ ਹੁਣ, ਕਿਉਂਕਿ ਇਹਨਾਂ ਨੂੰ ਪਿੱਛਾ ਛਡਾਉਣ ਲਈ, ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਕਿੱਦਾਂ ਬੈਂਕਾਂ ਨੇ ਕਿੱਦਾਂ ਦਿੱਤੇ ਲੋਨਸ ਦਿੱਤੇ ਆ ਜਿਹੜੀਆਂ। ਜੇ ਅਸੀਂ ਥੋੜੇ ਜਿਹੇ ਪਿੱਛੇ ਚਲੇ ਜਾਈਏ ਨਾ, ਜਦੋਂ ਪਹਿਲੀ ਵਾਰੀ ਪ੍ਰਾਈਮ ਮਿਨਿਸਟਰ ਆਇਆ ਨਰਿੰਦਰ ਮੋਦੀ, ਤਾਂ ਇਲੈਕਸ਼ਨ ਸ਼ੁਰੂ ਹੋਣ ਦੇ ਕਈ ਮਹੀਨੇ ਪਹਿਲਾਂ ਜਾਂ 6 ਮਹੀਨੇ ਜਾਂ 2-3 ਮਹੀਨੇ ਪਹਿਲਾਂ ਪਿੰਡਾਂ ਦੇ ਵਿੱਚ ਇੱਕ ਵੈਨਾਂ ਘੁੰਮੀਆਂ ਸੀ, ਜਿਹੜੀ ਸੈਟੇਲਾਈਟ ਵਾਂਗੂ ਸਕਰੀਨਾਂ ਸੀਗੀਆਂ। ਸਕਰੀਨਾਂ ਦੇ ਉੱਤੇ ਇਵੇਂ ਲੱਗਦਾ ਹੈ ਕਿ ਮੋਦੀ ਸਾਹਮਣੇ ਬੋਲ ਰਿਹਾ ਹੈ। ਮਤਲਬ ਜਿੱਥੇ ਵੀ ਪਿੰਡਾਂ 'ਚ ਗਈਆਂ, ਬਹੁਤ ਘੁੰਮੀਆਂ, ਉਹ ਸ਼ਾਇਦ ਤੁਸੀਂ ਦੇਖੀਆਂ ਹੋਗੀਆਂ। ਹੁਣ ਉਹਦਾ ਪ੍ਰਚਾਰ ਇੰਨੇ ਵੱਡੇ ਪੱਧਰ 'ਤੇ ਹੋ ਚੁੱਕਿਆ ਸੀਗਾ ਇਹਦੇ ਪਹਿਲੀ ਵਾਰੀ ਬਣਨ ਤੋਂ ਪਹਿਲਾਂ, ਕਿਉਂਕਿ ਬਦਕਿਸਮਤੀ ਰਹੀ ਆ ਵੀ ਜਿਹੜਾ ਇੰਡੀਆ ਦੇ ਪ੍ਰਾਈਮ ਮਿਨਿਸਟਰ ਆ ਨਾ, ਉਹ ਤੋਂ ਪਹਿਲਾਂ ਦੇ ਜਿਹੜੇ 10 ਸਾਲ ਰਿਹਾ ਮਨਮੋਹਨ ਸਿੰਘ,
ਉਹਨੂੰ ਹੱਥ ਹਿਲਾਉਣ ਤੋਂ ਬਿਨਾਂ ਜਾਂ ਪ੍ਰਿੰਕਾ ਦੇ ਬੱਚੇ ਪਾਲਣ ਤੋਂ ਬਿਨਾਂ, ਜਦ ਕਿ ਪ੍ਰੋਟੋਕੋਲ ਦਾ ਉਲੰਘਣਾ ਕਰਕੇ ਵੀ ਸੋਨੀਆ ਦੇ ਆਉਣ ਤੇ ਉਹਨੂੰ ਨਮਸਕਾਰ ਕਰਨਾ ਹੀ ਰਿਹਾ, ਲੋਕਾਂ ਨੇ ਇਸ ਨੂੰ ਬੁਰਾ ਮਨਾਇਆ ਤੇ ਮੋਹਰੇ ਸੀਗਾ ਮੋਦੀ। ਹੁਣ ਮੇਰਾ ਸਵਾਲ ਇਹ ਆ ਕਿ ਮੋਦੀ ਨੂੰ ਲੋਕਾਂ ਨੇ ਪਹਿਲਾਂ ਬੋਲਦਾ ਨਹੀਂ ਸੀ, ਦੂਜਾ ਬੋਲਣ ਨੂੰ ਨਹੀਂ ਹਟਦਾ, ਉਹ ਬੋਲਦਾ ਸਮਝਦਾ ਕਰਕੇ ਲੋਕਾਂ ਨੇ ਵੋਟ ਦਿੱਤੀ ਆ। ਲੇਕਿਨ ਜਿਹੜੀ ਐਡੇ ਵੱਡੇ ਪੱਧਰ ਤੇ ਖਰਚਾ ਹੋਇਆ ਉਹ ਕਿਹਨ ਕੀਤਾ? ਦੇਖੋ ਸਾਰਿਆਂ ਨੂੰ ਹੀ ਪਤਾ ਆ, ਸੁਣਨ ਵਾਲੇ ਸਰੋਤਿਆਂ ਨੂੰ ਵੀ ਇਹ ਚੀਜ਼ ਦਾ ਪਤਾ ਆ ਵੀ ਜਦੋਂ ਮੋਦੀ ਗਵਰਨਮੈਂਟ ਜਿਹੜੀ ਆ 2014 ਦੇ ਵਿੱਚ ਬਣੀ ਆ ਜੀ, ਇਹਨੂੰ ਜਿਹੜਾ ਉੱਡਣ ਖਟੋਲਾ ਜੇ ਆਪਾਂ ਪੰਜਾਬੀ ਦੇ ਵਿੱਚ ਕਹੀਏ ਤਾਂ ਦਿੱਤਾ ਕਿਹਨੇ ਹੋਇਆ ਸੀਗਾ? ਅੰਬਾਨੀਆਂ ਤੇ ਅਡਾਨੀਆਂ ਨੇ। ਬਿਲਕੁਲ। ਤਕਰੀਬਨ ਉਹ ਪਰਸਨਲ ਜਹਾਜ਼ 10,000 ਕਰੋੜ ਤੋਂ ਜ਼ਿਆਦਾ ਜਿਹੜਾ ਹੈ ਇਲੈਕਸ਼ਨ ਤੇ ਤਾਂ ਇਹਨਾਂ ਨੇ ਫੰਡਿੰਗ ਕੀਤੀ ਆ ਅੰਬਾਨੀਆਂ ਅਡਾਨੀਆਂ ਨੇ। ਸਿਰਫ ਜਿਹੜਾ ਉਹ ਵੀ ਕੈਸ਼ ਪੈਸਾ, ਜਿਹੜਾ ਕਿ ਉਹਦੇ ਉਹ ਜਾਣੀ ਕਿ ਉਹ ਅਕਾਊਂਟਸ ਦੇ ਵਿੱਚ ਨਹੀਂ, ਉਹ ਕੈਸ਼ ਪੈਸਾ ਜਿਹੜਾ ਇਹਨਾਂ ਨੇ ਯੂਜ਼ ਕੀਤਾ ਅੰਬਾਨੀਆਂ ਅਡਾਨੀਆਂ ਨੇ। ਇਹਨਾਂ ਦੇ ਤੇਲ ਸਮਝੌਤੇ ਹੋਏ, ਚਾਹੇ ਉਹ ਇੰਡੀਅਨ ਆਇਲ ਦੀ ਗੱਲ ਕਰੀਏ, ਇੰਡੀਅਨ ਆਇਲ ਕਿੱਥੇ ਖੜਾ ਹੈ ਅੱਜ? ਸਾਰਾ ਕੁਝ ਇਹਨਾਂ ਨੇ ਵੇਚ ਵੱਟ ਕੇ ਤਾਂ ਖਾ ਲਿਆ। ਦੇਖੋ ਫਿਰ ਪਿਆਰੇ ਦਰਸ਼ਕੋ, ਹੋ ਸਕਦਾ ਖਬਰ ਝੂਠੀ ਹੋਵੇ, ਪਤਾ ਲੱਗਿਆ ਕਿ ਫੇਸਬੁੱਕ ਦੇ ਉੱਤੇ ਖਬਰ ਇੱਕ ਫਿਰ ਰਹੀ ਬਹੁਤ ਕਿ ਨਰਿੰਦਰ ਮੋਦੀ ਅਡਵਾਨੀ ਦੇ ਪੋਤੇ ਤੇ ਅੰਬਾਨੀ ਦੇ ਪੋਤੇ ਤੇ ਹੋਇਆ, ਉਹਦੇ ਵਧਾਈਆਂ ਦੇਣ ਗਿਆ ਸ਼ਾਇਦ। ਕੋਈ ਪੱਕੀ ਖਬਰ ਨਹੀਂ, ਫੇਸਬੁੱਕ ਦੀ ਖਬਰ ਬਹੁਤੀ ਵਾਰੀ ਝੂਠੀ ਵੀ ਹੁੰਦੀ ਆ। ਸਵਾਲ ਇਹ ਪੈਦਾ ਹੁੰਦਾ ਕਿ ਜੇਕਰ ਅੰਬਾਨੀ ਦਾ ਇੰਨੇ ਵਿਰੋਧ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚੋਂ ਉਹਦੇ ਲਾਏ ਜਾ ਰਹੇ ਬੜਾ ਸਾਰੀ ਕੱਲੀ ਖਬਰ ਜਿਹੜੀ ਆ ਉਹ ਮਿਲਦੀ ਹੋਏਗੀ, ਇਸ ਵੇਲੇ ਕਿਸਾਨਾਂ ਦੇ ਕੋਲ ਜਾਣ ਦੇ, ਉਹਨਾਂ ਦੇ ਦੁੱਖ ਸੁਣਨ ਦੀ ਬਜਾਏ ਜਦੋਂ ਕਿਸੇ ਅਮੀਰ ਘਰਾਣੇ ਦਾ ਕੋਈ ਬੱਚਾ ਪੈਦਾ ਹੁੰਦਾ ਉਹਨੂੰ ਵਧਾਈ ਦੇਣ ਜਾਵੇ ਤਾਂ ਨਿਰਸੰਦੇਹ ਫਿਰ ਜਿਹੜੇ ਬਲੇਮ ਲੱਗ ਰਹੇ ਉਹ ਸੱਚੇ ਹੋਣਗੇ ਜੀ। ਹਾਂਜੀ, ਉਹੀ ਗੱਲ ਕਰਦੇ ਸੀ ਆਪਾਂ ਉੱਥੇ ਹੀ ਵੀ ਜਿੱਦਾਂ ਅਡਾਨੀਆਂ ਬਾਨੀਆਂ ਨੇ ਜਿਹੜੇ ਇਹਨੂੰ ਜਹਾਜ਼ ਦਿੱਤੇ ਆ ਘੁੰਮਣ ਫਿਰਨ ਲਈ ਆ, ਚਾਹੇ ਹੁਣ ਉਹਨਾਂ ਨੇ ਜਹਾਜ਼ ਖਰੀਦੇ ਅਮਰੀਕਾ ਤੋਂ ਜਿਹੜੇ ਕਿ 800 ਕਰੋੜ ਦੇ ਆ ਤਕਰੀਬਨ, ਜਿਹੜੇ ਹੁਣ ਅਮਰੀਕਾ ਤੋਂ ਇਹਨਾਂ ਨੇ ਖਰੀਦੇ ਆ, ਰਾਈਟ। ਸੋ ਇਹ ਦੇਖੋ ਇੱਕ ਪਾਸੇ ਜਿਹੜਾ ਦੇਸ਼ ਦਾ ਅੰਨਦਾਤਾ ਆ, ਜਿਹੜਾ ਲੋਕਾਂ ਦਾ ਢਿੱਡ ਭਰਦਾ ਆ, ਉਹ ਤਾਂ ਸੜਕਾਂ ਤੇ ਬੈਠਾ ਆ, ਰਾਈਟ। ਉਹ ਠੰਡ ਦੇ ਵਿੱਚ ਠੁਰ ਕਰਦੇ ਬੱਚਿਆਂ ਦੇ ਨਾਲ ਉਹ 2 ਮਹੀਨੇ 3 ਮਹੀਨੇ ਤੇ ਲਗਭਗ ਹੋ ਗਿਆ ਹੈ ਜਿਹੜਾ ਕਿ ਉਹਨਾਂ ਦੇ ਜਿਹੜੇ ਪ੍ਰੋਟੈਸਟ ਲਾਈਨ ਤੋਂ ਬੈਠੇ ਆਏ ਨੇ ਹੁਣ ਤੱਕ, ਤੇ ਉਹ ਬੈਠਿਆ। ਪਰ ਅੱਜ ਤੱਕ ਕਿਸੇ ਵੀ ਬੀਜੇਪੀ ਦੇ ਲੀਡਰ ਨੇ ਕੋਈ ਹਾਂ ਦਾ ਲਾਰਾ ਨਹੀਂ ਮਾਰਿਆ ਹੈਗਾ ਉਹਨਾਂ ਦੇ ਵਿੱਚ ਵੀ ਤੁਹਾਡੇ ਨਾਲ ਇਹ ਨਿਆਂ ਨਹੀਂ ਹੈਗਾ, ਅਨਿਆਂ ਹੋ ਰਿਹਾ ਨਾ ਤੁਹਾਡੇ ਨਾਲ। ਜੇ ਇਹ ਅਨਿਆਂ ਹੋ ਰਿਹਾ ਤਾਂ ਅਸੀਂ ਇਹਦੀ ਪਾਰਲੀਮੈਂਟ ਦੇ ਵਿੱਚ ਫੇਰ ਦੁਬਾਰਾ ਡਿਸਕਸ਼ਨ ਕਰਾਵਾਂਗੇ ਜਾਂ ਕਿੱਦਾਂ। ਬਿੱਲ ਜਿਹੜੇ ਲਿਆਂਦੇ ਗਏ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਚੁੱਪ ਕੀਤਿਆਂ ਉਹਨੂੰ ਪਾਸ ਕੀਤਾ ਗਿਆ ਹੈ, ਰਾਈਟ। ਜਦ ਕਿ ਇਹ ਕੌਨਸਟੀਟਿਊਸ਼ਨ ਦੇ ਸਾਨੂੰ ਸਾਰਿਆਂ ਨੂੰ ਪਤਾ ਆ ਕਿ ਇਹ ਅਗੇਂਸਟ ਆ, ਕੌਨਸਟੀਟਿਊਸ਼ਨ ਇਹ ਇਜਾਜ਼ਤ ਦਿੰਦਾ ਹੀ ਨਹੀਂ ਹੈਗਾ। ਜਿਹੜੇ ਵੀ ਦੇਖੋ ਫਸਲਾਂ ਦੇ ਮੁਤਲਕ ਜਿਹੜੇ ਵੀ ਕਾਨੂੰਨ ਆ ਉਹ ਸੈਂਟਰ ਗਵਰਨਮੈਂਟ ਦੇ ਆ। ਚਲੋ ਪਹਿਲਾਂ ਆਪਾਂ ਗੱਲ ਕਰਨੀ ਕਿ ਜਿਹੜਾ ਪੈਸਾ ਉਹ ਲੋਕਾਂ ਦਾ ਤੇ ਬੈਂਕਾਂ ਅਡਾਨੀ ਤੇ ਅੰਬਾਨੀ ਦੀਆਂ, ਹਾਂ ਬਿਲਕੁਲ, ਇਹ ਇਕੱਲੀ ਜ਼ਮੀਨ ਤੇ ਹੀ ਉਹ ਆਪਣਾ ਹੱਕ ਨਹੀਂ ਰੱਖ ਰਿਹਾ। ਔਰ ਜਿਹੜੀਆਂ ਬੈਂਕਾਂ ਆ, ਬੈਂਕਾਂ 'ਚ ਪੈਸੇ ਤੇ ਵੀ ਜਿਹੜੀ ਇੱਕ ਖਬਰ ਸਾਹਮਣੇ ਆਈ ਆ। ਦੇਖੋ ਇਹ ਬਹੁਤ ਵਧੀਆ ਆਹ ਜਿਹੜਾ ਕੁਐਸਚਨ ਆ ਇਹ ਜੀ। ਦੇਖੋ ਪਿਛਲੇ ਥੋੜੇ ਦਿਨਾਂ ਦੇ ਵਿੱਚ ਜਿਹੜੇ ਅੰਬਾਨੀ ਅਡਾਨੀ ਆ ਉਹ ਪੂਰੇ ਭਾਰਤ ਦੇ ਵਿੱਚ ਪ੍ਰਾਈਵੇਟ ਬੈਂਕਸ ਖੋਲ੍ਹਣ ਜਾ ਰਹੇ ਆ ਜੀ। ਤਕਰੀਬਨ ਜਿਹਦੇ ਵਿੱਚ ਕਿ ਬਹੁਤੀਆਂ ਜਿਹੜੀਆਂ ਛੋਟੀਆਂ ਬੈਂਕਾਂ, ਮੈਨੂੰ ਜਿੱਥੇ ਤੱਕ ਲੱਗਦਾ ਕਿ ਉਹਨਾਂ ਦੇ ਮਰਜ ਕਰ ਦੇਣੀਆਂ ਇਹਨਾਂ ਨੇ। ਤੇ ਦੇਖੋ ਬੈਂਕਾਂ ਖੋਲ੍ਹਣ ਕੋਈ ਵੀ ਖੋਲ੍ਹ ਸਕਦਾ, ਪਰ ਪ੍ਰੋਬਲਮ ਕਿੱਥੇ ਆ ਰਹੀ ਆ? ਜਿਹੜਾ ਇਹਨਾਂ ਨੇ ਛੜਯੰਤਰ ਰਚਿਆ ਆ ਖੇਤੀ ਦੇ ਨਾਲ ਰਚਿਆ ਆ, ਖੇਤੀ ਦੇ ਨਾਲ ਜਿਹੜਾ ਬੈਂਕਾਂ ਦਾ ਹੁਣ ਖੋਲ੍ਹਣ ਦਾ ਉਹ ਕਾਰਨ ਬਣਾ ਲਿਆ ਆ। ਬੈਂਕਾਂ ਖੁੱਲ੍ਹਣਗੀਆਂ ਇੱਥੋਂ ਤੱਕ ਕਿ ਜਿਹੜੇ RBI ਦੇ ਗਵਰਨਰ ਨੇ ਵੀ ਮਨਜ਼ੂਰੀ ਦੇ ਦਿੱਤੀ ਆ, ਜਿਹੜੀ ਕਿ ਮੰਦਭਾਗੀ ਹੈ ਦੇਸ਼ ਦੇ ਲਈ ਜੀ। ਸਾਨੂੰ ਸਾਰਿਆਂ ਨੂੰ ਪਤਾ ਆ ਜਿਹੜਾ ਕਾਂਗਰਸ ਦੇ ਟਾਈਮ ਦੇ ਵਿੱਚ ਰਘੂਨਾਥ, ਮੇਰੇ ਖਿਆਲ ਸ਼ਾਇਦ ਜਿਹੜੇ ਆਪਣੇ ਡਾਇਰੈਕਟਰ ਆਪਣੇ RBI ਦਾ ਜਿਹੜਾ ਚੀਫ ਸੀਗਾ ਨਾ, ਤੇ ਉਹਨੇ ਵੀ ਇੱਥੋਂ ਤੱਕ ਕਿਹਾ ਆ ਵੀ ਇਹ ਜਿਹੜਾ ਆ ਫੈਸਲਾ ਆ ਸਹੀ ਨਹੀਂ ਹੈਗਾ। ਜੇਕਰ ਤੁਸੀਂ ਇਹ ਬੈਂਕਾਂ ਦੀ ਮਨਜ਼ੂਰੀ ਅੰਬਾਨੀ ਅਡਾਨੀ ਨੂੰ, ਪ੍ਰਾਈਵੇਟ ਸੈਕਟਰ ਨੂੰ ਇਹਨਾਂ ਨੂੰ ਦਿੰਦੇ ਆ ਤਾਂ ਇਹ ਲੋਕ ਜਿਹੜੇ ਲੋਨਸ ਆ ਜਾਂ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਹੜੇ ਛੋਟੇ ਸਨਅਤਕਾਰ ਆ, ਛੋਟੇ ਦੁਕਾਨਦਾਰ ਆ, ਇਹ ਕਦੀ ਵੀ ਲੋਨ ਉਹਨਾਂ ਨੂੰ ਨਹੀਂ ਦੇਣਗੇ ਜੀ। ਇਹ ਸਿਰਫ ਉਹਨਾਂ ਤੋਂ ਪੈਸਾ ਇਕੱਠਾ ਕਰਨਗੇ, ਗਰੀਬਾਂ ਤੋਂ, ਮਜ਼ਦੂਰਾਂ ਤੋਂ ਸਿਰਫ ਪੈਸਾ ਇਕੱਠਾ ਹੀ ਕਰਨਗੇ ਤੇ ਪੈਸਾ ਇਹ ਵਰਤਣਗੇ ਕਿਹਦੇ ਲਈ? ਜਿਵੇਂ ਕਿ ਆਹ ਹੁਣ ਖੇਤੀ ਲਈ ਜਿਹੜਾ ਜੰਜਾਲ ਖੜਾ ਨਹੀਂ ਹੋ ਗਿਆ ਜੀ, ਉਹਦੇ ਲਈ।
ਵੀ ਜਿੱਥੋਂ ਫੰਡਿੰਗ ਜਿਹੜੀ ਇਹਨਾਂ ਨੂੰ ਕਿਤੋਂ ਹੋਰ ਵਰਲਡ ਬੈਂਕਾਂ ਤੋਂ ਜਾਂ ਹੋਰ ਬੈਂਕਾਂ ਤੋਂ ਪੈਸਾ ਨਾ ਲੈਣਾ ਪਵੇ, ਮੁਫ਼ਤ ਦੇ ਵਿੱਚ ਪੈਸਾ ਜਿਹੜਾ ਆ ਉਹ ਸਟੇਟ ਗਵਰਨਮੈਂਟ ਦਾ ਜਾਂ ਉਹ ਸੈਂਟਰ ਗਵਰਨਮੈਂਟ ਦਾ ਆ, ਜਿਹੜੇ ਲੋਕਾਂ ਦਾ ਪੈਸਾ ਆ ਉਹ ਇਹਨਾਂ ਦੇ ਅਕਾਊਂਟਾਂ ਦੇ ਵਿੱਚ ਆ ਜਾਵੇ। ਜਿੱਦਾਂ ਕਿ ਪਹਿਲਾਂ ਮੋਦੀ ਨੇ ਤੁਹਾਨੂੰ ਪਤਾ ਅਕਾਊਂਟ ਖੁਲਾ ਕੇ ਤਾਂ ਨੋਟਬੰਦੀ ਕੀਤੀ, ਡੀਮੋਨੇਟਾਈਜੇਸ਼ਨ ਦਾ ਉਸ ਮੰਗ। ਸੋਸ਼ਲ ਮੀਡੀਆ ਇਸ ਵੇਲੇ ਦਰਸ਼ਕੋ ਇੰਨਾ ਹੈਵੀ ਹੋ ਗਿਆ, ਇੰਨੀ ਦੂਰ ਤੱਕ ਜਾ ਮਾਰ ਕਰ ਰਿਹਾ ਆ ਕਿ ਪਲ ਪਲ ਦੀ ਖਬਰ ਜਿਹੜੀ ਆ ਉਹ ਮਿਲ ਰਹੀ ਆ। ਬੀਤੇ ਦਿਨੀ ਕੁਝ ਲੋਕ ਧਰਨੇ ਦੇ ਵਿੱਚ ਪਾਕਿਸਤਾਨ ਦੇ ਨਾਅਰੇ ਲਾਏ ਗਏ, ਉਹਨਾਂ ਨੂੰ ਫੜਿਆ ਗਿਆ ਔਰ ਬੀਜੇਪੀ ਦੇ ਨਿਕਲੇ, ਔਰ ਮਿਨਿਸਟਰ ਦੇ ਲਾਗੇ ਦਾ ਨਿਕਲਿਆ ਬੰਦਾ, ਜੀ ਮਿਨਿਸਟਰ ਲੈਵਲ ਦੇ ਬੰਦੇ ਨਿਕਲੇ, ਔਰ ਇਸ ਧਰਨੇ ਨੂੰ ਖਰਾਬ ਕਰਨ ਦੇ ਲਈ ਬਹੁਤ ਸਾਰੀਆਂ ਚਾਲਾਂ ਵੀ ਚੱਲੀਆਂ ਜਾ ਰਹੀਆਂ। ਇੱਕ ਦੂਜੇ ਨੂੰ ਲੜਾਇਆ ਹੋਇਆ ਮੰਨਿਆ ਜਾ ਰਿਹਾ ਜਿਹੜੇ ਆਗੂ ਨੇ। ਕੁਛ ਕੁ ਇੱਥੋਂ ਤੱਕ ਵੀ ਖਬਰਾਂ ਆਈਆਂ ਆ ਕਿ ਇੰਟਰਨੈਸ਼ਨਲ ਹਿਊਮਨ ਡੇ ਵੱਖ-ਵੱਖ ਜਥੇਬੰਦੀਆਂ ਨੇ ਮਨਾਇਆ। ਉਹ ਆਪੋ ਆਪਣੇ ਮਹਾਂਪੁਰਸ਼ ਜਿਨ੍ਹਾਂ ਨੂੰ ਉਹਨਾਂ ਨੇ ਘੋਲ ਵਿੱਚ, ਪਿਛਲੇ ਸਮੇਂ ਦੇ ਘੋਲ ਵਿੱਚ ਕੋਈ ਕੰਮ ਕੀਤਾ ਹੋਵੇਗਾ, ਉਹਨਾਂ ਦੀਆਂ ਕਿਤਾਬਾਂ ਲੈ ਕੇ ਗਏ ਜਾਂ ਉਹਨਾਂ ਦੀਆਂ ਤਸਵੀਰਾਂ ਲਾ ਕੇ, ਉਹਦੇ 'ਤੇ ਵੀ ਬਹੁਤ ਵਿਰੋਧ ਹੋਇਆ। ਕੀ ਗੱਲ ਸੀ ਭਗਵਾਨ ਜੀ? ਐਕਚੁਅਲੀ ਤਿੰਨ ਦਿਨ ਆਪਣੇ ਜਿਹੜਾ ਨਾ ਤਿੰਨ ਦਿਨ ਵੀ ਜਿਹੜਾ ਹਿਊਮਨ ਰਾਈਟਸ ਡੇ ਹੈ ਦੁਨੀਆ ਦੇ ਵਿੱਚ ਸਾਰੇ ਕਿਤੇ ਮਨਾਇਆ ਜਾਂਦਾ, ਜਿਹੜੇ ਉਹ ਲੋਕਾਂ ਲਈ ਜਿਹਨਾਂ ਨਾਲ ਧੱਕਾ ਹੁੰਦਾ ਪਿਆ ਜੀ। ਜਿਹੜਾ ਉਸ ਦਿਨ ਜਿਹੜੇ ਬਾਰਡਰ ਆਪਣੇ ਕਿਸਾਨ ਭਰਾ ਬੈਠੇ ਨੇ ਘੋਲ ਦੇ ਮੂਹਰੇ, ਉਸ ਦਿਨ ਉੱਥੇ ਉਹਨਾਂ ਨੇ ਮਨਾਇਆ ਅਤੇ ਉਹਨਾਂ ਨੇ ਕੁਝ ਕੁ ਫੋਟੋਆਂ ਲਿਆਂਦੀਆਂ ਅਤੇ ਜਿਹਨਾਂ ਦੇ ਉੱਤੇ ਉਹ ਲੋਕ ਮਾਨਵਵਾਦੀ ਲੋਕ, ਹਿਊਮਨਿਸਟ ਲੋਕ ਉਹ ਸੀਗੇ, ਅਤੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਘੋਲ ਲੜੇ ਨੇ ਅਤੇ ਉਹਨਾਂ ਉੱਤੇ ਕੇਸ ਚੱਲਦੇ ਪਏ ਨੇ, ਉਹਨਾਂ ਨੂੰ ਜੇਲ੍ਹਾਂ 'ਚ ਸਿੱਟਿਆ ਹੋਇਆ ਆਰੋਪ, ਕੋਈ ਉਹਨਾਂ 'ਚੋਂ 83 ਸਾਲ ਦਾ, ਕੋਈ 77 ਸਾਲ ਦਾ, ਅਤੇ ਉਹ ਪੜ੍ਹੇ ਲਿਖੇ ਲੋਕ ਨੇ, ਟੀਚਰ ਲੈਵਲ ਦੇ, ਡਾਕਟਰ ਲੈਵਲ ਦੇ, ਪ੍ਰੋਫੈਸਰ ਲੈਵਲ ਦੇ ਲੋਕ ਨੇ। ਉਹ ਅਰੈਸਟ ਹੋਣ ਜਦੋਂ ਅਸਲ 'ਚ ਮੇਰੇ ਵੀਰਾਂ ਨੂੰ ਇਹ ਜਿਹੜੇ ਅਸੀਂ ਕਿਸਾਨ ਘੋਲ ਦੇ ਵਿੱਚ ਇੰਟਰਸਟਿਡ ਆ, ਅੱਜ ਜਿਹੜਾ ਕਿਸਾਨੀ ਘੋਲ ਚੱਲਦਾ ਪਿਆ, ਅੱਜ ਆਪਾਂ ਨੂੰ ਇਹ ਪਤਾ ਵੀ ਹੁਣ ਪਰਸੋਂ FRI ਦਰਜ ਹੋ ਗਈਆਂ ਲੀਡਰਾਂ ਦੇ ਕਈਆਂ ਦੇ ਜੀ, ਅਤੇ ਉਹ ਜਿਹੜੀਆਂ ਉਹ ਘੋਲ ਕੱਲ੍ਹ ਨੂੰ ਜਿੱਤ ਜਾਂਦੇ ਹਾਂ ਅਸੀਂ, ਘੋਲ ਅਸੀਂ ਜਿੱਤ ਗਏ, ਅਸੀਂ ਘਰਾਂ ਨੂੰ ਚਲੇ ਗਏ, ਪਰ ਜਿਹੜੀ FRI ਜਾਂ ਹੋਰ ਜਿਹੜੇ ਲੋਕਾਂ ਦੇ ਕੇਸ ਪੈ ਗਏ ਨੇ, ਅਰੈਸਟ ਹੋ ਗਏ ਨੇ, ਉਹ ਲੋਕਾਂ ਦੇ ਕੇਸ ਤਾਂ ਚੱਲਦੇ ਰਹਿਣਗੇ ਨਾ ਜੀ, ਅਸੀਂ ਤਾਂ ਘਰਾਂ ਨੂੰ ਚਲੇ ਜਾਵਾਂਗੇ। ਐਸੇ ਤਰ੍ਹਾਂ ਇਹ ਜਿਹੜਾ ਕੇਸ ਹੈ ਜਿਹੜੇ ਉਹ ਲੋਕਾਂ ਦੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ, ਉਹ ਲੋਕ ਉਹ ਨੇ ਬਾਰਬਰਾ ਰਾਓ, ਸੁਦਾ ਜਾਂ ਹੋਰ ਨੇ, ਅਸੀਂ ਜਾਣਦੇ ਹਾਂ, ਅਤੇ ਉਹਨਾਂ ਦੇ ਵਿੱਚ ਉਹ ਲੋਕ ਉਹ ਨੇ ਜਿਹਨਾਂ ਨੂੰ ਪਿਛਲੇ ਸਮੇਂ ਗੱਲ ਕਰਦੇ ਹਾਂ, ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਘੋਲ ਲੜੇ ਨੇ। ਉਹਨਾਂ 'ਚ ਖਾਸ ਕਰਕੇ ਜਿਹੜਾ ਮੇਰੇ ਵੀਰਾਂ ਨੂੰ ਕੋਈ ਪਤਾ ਹੋਵੇ ਕੋਰੇਗਾਂਵ ਦਾ ਘੋਲ ਸੀ, ਉਹਦੇ ਵਿੱਚੋਂ ਖਾਸ ਕਰਕੇ ਉਹ ਲੋਕ ਨੇ ਜਿਹੜੇ ਅਰੈਸਟ ਹੋਏ ਨੇ, ਅਤੇ ਉਹਨਾਂ ਦੀ ਉਹ ਰਿਹਾਈ ਦੀ ਮੰਗ ਕਰਦੇ ਸੀਗੇ, ਅਤੇ ਜਿਹੜੀ ਕਿ ਸਾਨੂੰ ਆਉਂਦੇ ਸਮੇਂ ਦੇ ਵਿੱਚ ਵੀ ਕਰਨੀ ਪਊਗੀ। ਪਰ ਮੇਰੇ ਕਈ ਇਹ ਇੱਕ ਇਸ਼ੂ ਬਣਾ ਲਿਆ ਸਾਡੇ ਇੰਡੀਆ ਦੇ ਜਰਨਲਿਸਟਾਂ ਨੇ, ਅਤੇ ਜਾਂ ਇੱਥੇ ਰਿਪੋਰਟਰ ਜਿਹੜੇ ਇੰਗਲੈਂਡ 'ਚ ਭੇਜਦੇ ਨੇ, ਬਈ ਇਹ ਜਿਹੜਾ ਕਿਸਾਨੀ ਘੋਲ ਨੂੰ ਕਰਾਹੇ ਪਾਇਆ ਜਾ ਰਿਹਾ ਜੀ, ਜਿਹੜੀਆਂ ਯੂਨੀਅਨਸ ਹੈਗੀਆਂ, ਕਿਸਾਨ ਯੂਨੀਅਨ ਹੈ, ਉਹ ਕਰਾਹੇ ਪਾਉਂਦੀਆਂ ਪਈਆਂ, ਅਤੇ ਉਹ ਬਿਲਕੁਲ ਗਲਤ ਹੈ ਗੱਲ। ਉਹ ਕਰਾਹੇ ਪਾਉਣ ਵਾਲੀ ਗੱਲ ਨਹੀਂ, ਇਹ ਸਿਰਫ ਇੱਕ ਘੋਲ ਦਾ ਇੱਕ ਹਿੱਸਾ ਹੈ। ਕੱਲ੍ਹ ਨੂੰ ਜਿਹੜੇ ਸਾਡੇ ਭਰਾ ਅੱਜ ਜਿਹਨਾਂ ਤੱਕ FRI ਦਰਜ ਹੋ ਗਏ ਨੇ, ਕੇਸ ਪੈ ਗਏ ਨੇ, ਉਹਨਾਂ ਦਾ ਘੋਲ ਅੱਗੇ ਨੂੰ ਸਾਨੂੰ ਲੜਨਾ ਪਊਗਾ। ਅਤੇ ਇਹ ਗੱਲ ਕਹਿਣੀ ਕਿ ਉਹ ਕਿਸਾਨੀ ਜਿਹੜੇ ਜੇ ਘੋਲ ਫੇਲ ਹੋ ਗਿਆ, ਇਹ ਨਿੱਕੀ ਜਿਹੀ ਗੱਲ ਕਰਕੇ ਉਹਨਾਂ ਨੇ ਕਿਹਾ ਵੀ ਇਹ ਗੱਲ ਪਿੱਛੇ ਉਹ ਕਹਿੰਦੇ ਘੋਲ ਫੇਲ ਹੋ ਸਕਦਾ, ਇਹ ਕਦੇ ਨਹੀਂ ਹੁੰਦਾ ਹੈਗਾ। ਉਹ ਜਿਹੜੇ ਲੋਕ ਘੋਲ ਨੂੰ 300 ਮੀਲ 'ਤੇ ਲਿਆ ਕੇ ਬਿਠਾ ਸਕਦੇ ਆ, ਇੰਡੀਆ ਗੌਰਮੈਂਟ ਨੂੰ ਵਿਪਤਾ ਪਾ ਸਕਦੇ ਨੇ, ਉਹ ਲੋਕ ਇਸ ਤਰ੍ਹਾਂ ਘੋਲ ਨੂੰ ਫੇਲ ਨਹੀਂ ਹੋਣ ਦਿੰਦੇ। ਅਤੇ ਉਹਨਾਂ ਨੂੰ ਕਹਿਣਾ ਕਿ ਜਿਹੜੇ ਕਿਸਾਨੀ ਲੀਡਰ ਨੇ ਉਹਨਾਂ ਦਾ ਨਾਂ ਕਾਲੇ ਇਤਿਹਾਸ ਦੇ ਵਿੱਚ ਜਾਊਗਾ, ਇਹ ਘੋਲ ਨੂੰ ਸੱਟ ਮਾਰਨ ਵਾਲੀ ਗੱਲ ਹੁੰਦੀ ਹੈ, ਜਿਹੜੀ ਕਿ ਸਾਨੂੰ ਸੋਚ ਕੇ ਜਿਹੜੇ ਸਾਡੇ ਮੇਰੇ ਵੀਰ ਰਿਪੋਰਟਰ ਇੰਡੀਆ ਤੋਂ ਨੇ ਜਾਂ ਇੱਥੇ ਦੇ ਰਿਪੋਰਟਰ ਨੇ ਜਾਂ ਇੱਥੇ ਚੈਨਲ ਨੇ, ਉਹਨਾਂ ਨੂੰ ਇਹ ਗੱਲ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਕਿ ਕਿਤੇ ਅਸੀਂ ਜਾਣੇ ਅਣਜਾਣੇ ਦੇ ਵਿੱਚ ਉਸ ਘੋਲ ਨੂੰ ਠੇਸ ਤਾਂ ਨਹੀਂ ਪਹੁੰਚਾ ਰਹੇ, ਉਸ ਘੋਲ ਨੂੰ ਫੇਲ ਕਰਨ ਦੇ ਵਿੱਚ ਹਿੱਸਾ ਤਾਂ ਨਹੀਂ ਪਾ ਰਹੇ। ਬਿਲਕੁਲ ਖਿਆਲ ਪਿਛਲੇ ਸਮੇਂ 'ਤੇ ਮਾਰਿਆ ਜਾਏ ਥੋੜ੍ਹੀ ਜਿਹੀ ਝਾਤੀ, ਅਗਰ ਭਾਰਤ ਦੇ ਵਿੱਚ ਹਿੰਦੂ ਸਿਸਟਮ ਨੇ ਇਸ ਤਰੀਕੇ ਨਾਲ ਕੰਮ ਨਾ ਕੀਤਾ ਹੁੰਦਾ, ਕਿ ਵੰਡੀਆਂ ਨਾ ਪਾਈਆਂ ਹੁੰਦੀਆਂ ਕਿ ਜੋ ਉੱਥੋਂ ਦਾ ਬ੍ਰਾਹਮਣ ਭਾਈਚਾਰਾ ਹੈ ਉਹ ਸਿਰਫ ਐਜੂਕੇਸ਼ਨ ਰੱਖੇਗਾ, ਹੋਰ ਕਿਸੇ ਨੂੰ ਪੜ੍ਹਨ ਦਾ ਅਧਿਕਾਰ ਨਹੀਂ। ਰਾਜਪੂਤ ਜਾਂ ਕਸ਼ਤਰੀ ਜਾਂ ਵੈਸ਼ਯ ਜਿਨ੍ਹਾਂ ਨੂੰ ਕਹਿੰਦੇ, ਉਹਨਾਂ ਦਾ ਕੰਮ ਹੋਏਗਾ ਲੜਨਾ, ਇਹ ਤੋਂ ਬਿਨਾਂ ਨਾ ਉਹ ਐਜੂਕੇਸ਼ਨ ਲੈ ਸਕਦੇ, ਨਾ ਕੁਛ ਹੋਰ ਕਰ ਸਕਦੇ ਆ। ਫਿਰ ਉਦੋਂ ਥੱਲੇ ਆਉਂਦੇ ਜਾਈਏ ਤਾਂ ਸ਼ੂਦਰਾਂ ਦਾ ਰੱਖਿਆ ਗਿਆ ਵੀ ਇਹ ਇਕੱਲਾ ਗੰਦ ਢੋਣਗੇ, ਸੇਵਾ ਕਰਨਗੇ। ਜੇਕਰ ਇੱਕ ਸਿਸਟਮ ਹੁੰਦਾ ਵੀ ਸਾਰੇ ਪੜ੍ਹ ਸਕਦੇ ਆ, ਸਾਰੇ ਹਥਿਆਰ ਵੀ ਚਲਾ ਸਕਦੇ ਆ, ਜਿਹਦਾ ਜੋ ਦਿਲ ਕਰਦਾ, ਜੋ ਕਰ ਸਕਦਾ, ਜਿਹੜਾ ਮੌਕਾ ਹੁੰਦਾ ਨਾ,
ਸਾਡੇ ਭਾਰਤ ਦੇ ਵਿੱਚ ਕੀ ਆ ਜਾਂ ਸਾਡੀ ਆਪਣੀਆਂ ਕਮਿਊਨਿਟੀਆਂ ਦੇ ਵਿੱਚ ਕੀ ਆ ਕਿ ਜਿਹੜਾ ਅਸੀਂ ਹੱਕ ਖੁੰਦੇ ਆ, ਜੇ ਪਤਾ ਹੋਵੇ ਨਾ ਵੀ ਦੂਜਾ ਬੰਦਾ ਆਹ ਕੰਮ ਕਰ ਲੈਂਦਾ ਸਾਡੇ ਵਿੱਚੋਂ, ਫਿਰ ਅਸੀਂ ਉਹਨੂੰ ਪਿੱਛੇ ਖਿੱਚਣ ਦੀ ਬਹੁਤ ਟਰਾਈ ਕਰਦੇ, ਉਹਦੀ ਲੱਤ ਉਹਦਾ ਪਜਾਮਾ ਹੀ ਖਿੱਚਦੇ ਤਾਂ ਕਿ ਇਹ ਆਪਣੇ ਆਪ ਹੀ ਪਿੱਛੇ ਹੋ ਜਾਏ। ਜੇ ਅਸੀਂ ਧਿਆਨ ਦੇ ਨਾਲ ਨਿਗਾਹ ਮਾਰੀਏ ਨਾ, ਜਿਹੜੇ ਇੱਕ ਪਾਕਿਸਤਾਨ ਦੇ ਵਿੱਚ ਜੈਂਡਰਲੈਸ, ਮੈਂ ਉਹਨਾਂ ਨੂੰ ਸ਼ਬਦ ਜਿਹੜੇ ਅਸੀਂ ਵਰਤਦੇ ਹਾਂ, ਜਿਹੜੇ ਸਾਡੇ ਘਰਾਂ 'ਚ ਜਦੋਂ ਮੁੰਡਾ ਜੰਮਦਾ ਆ ਜਾਂ ਵਿਆਹ ਹੁੰਦਾ ਉਦੋਂ ਨੱਚਣ ਗਾਉਣ ਆਉਂਦੇ ਆ ਜਿਹੜੇ ਕਹਿ ਲਓ ਤੁਸੀਂ, ਚਲੋ ਅਸੀਂ ਉਹਨਾਂ ਨੂੰ ਜੈਂਡਰਲੈਸ ਮੈਂ ਕਹਾਂਗਾ। ਅਗਰ ਪਾਕਿਸਤਾਨ ਦੇ ਇੱਕ ਜੈਂਡਰਲੈਸ ਨੂੰ ਦੇਖੀਏ ਤਾਂ ਉਸ ਨੇ ਰੋਡ ਦੇ ਉੱਤੇ ਭੀਖ ਮੰਗਦਾ ਹੀ ਉਹ ਜਦੋਂ ਪੜ੍ਹ ਗਿਆ ਤੇ ਉਹ ਇੱਕ ਚੰਗੀ ਜੌਬ ਤੇ ਲੱਗ ਗਿਆ। ਇੱਦਾਂ ਇੰਡੀਆ ਦੇ ਵਿੱਚ ਵੀ ਭੀਖ ਮੰਗਦਾ ਇੱਕ ਜੈਂਡਰਲੈਸ, ਉਹ ਜਦੋਂ ਉਹਨੂੰ ਮੌਕਾ ਮਿਲਿਆ ਤਾਂ ਉਹ ਇਸ ਵੇਲੇ ਜੱਜ ਆ ਇੰਡੀਆ ਦੇ ਵਿੱਚ। ਉਹ ਜਦੋਂ ਵੀ ਜੱਜ ਦਾ ਫੈਸਲਾ ਕਰਦਾ, ਉਹ ਹਰ ਵਾਰੀ ਉਹਦੀ ਇੰਟਰਵਿਊ 'ਤੇ ਮੈਂ ਮਹਿਸੂਸ ਕਰਦਾ ਵੀ ਇਹ ਤੋਂ ਥੋੜ੍ਹੀ ਜਿਹੀ ਅੱਗੇ ਤਾਂ ਮੈਂ ਮੰਗਦਾ ਹੁੰਦਾ ਸੀ। ਇਹਨਾਂ ਲੋਕਾਂ ਲਈ ਅਸੀਂ ਰਾਹ ਹੀ ਨਹੀਂ ਛੱਡੇ। ਜੇ ਚਾਈਨਾ ਦੀ ਗੱਲ ਕਰੀਏ ਨਾ, ਜਾਂ ਜਿਹੜਾ ਪੇਪਰ ਆ ਜਿਸ ਵਿਅਕਤੀ ਨੇ ਬਣਾਇਆ ਸ਼ੁਰੂ ਕੀਤਾ ਉਹ ਵੀ ਜੈਂਡਰਲੈਸ ਸੀ। ਜਿਸ ਦਾ ਪੇਪਰ ਸ਼ੁਰੂ ਹੋਇਆ ਵਰਲਡ ਦੇ ਵਿੱਚ, ਜਿਹੜੇ ਲੋਕ ਕੰਮ ਕਰ ਸਕਦੇ ਆ ਸਾਨੂੰ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ। ਜੇਕਰ ਇੰਡੀਆ ਦੇ ਵਿੱਚ ਸਭ ਨੂੰ ਮੌਕਾ ਦਿੱਤਾ ਜਾ ਸਕਦਾ, ਮੈਂ ਦਾਅਵੇ ਨਾ ਕਹਿ ਸਕਦਾ ਨਾ ਕਦੀ ਉੱਥੇ ਮੁਗਲ ਆ ਸਕਦੇ ਸੀ, ਨਾ ਸਿਕੰਦਰ ਆ ਸਕਦਾ ਸੀ, ਨਾ ਕਦੀ ਗੋਰੇ ਇਸ ਤਰੀਕੇ ਨਾਲ ਰਾਜ ਕਰ ਸਕਦੇ ਸੀ, ਤੇ ਅੱਜ ਇੰਡੀਆ ਦੀ ਹਕੀਕਤ ਹੋਰ ਹੁੰਦੀ। 20ਵੀਂ ਸਦੀ ਦੇ ਵਿੱਚ ਅਸੀਂ ਬੈਠੇ ਵੀ ਇਹ ਸੋਚਦੇ ਹਾਂ ਕਿ ਇੱਕ ਬੰਦੇ ਦਾ ਕੰਮ ਆ ਉਹ ਸਿਰਫ ਸਾਡਾ ਕੂੜਾ ਹੀ ਢੋਵੇ। ਸੋ ਪਿਆਰੇ ਦਰਸ਼ਕੋ, ਘੋਲ ਜਿਹੜਾ ਆ ਉਹ ਬਹੁਤ ਅੱਗੇ ਵੱਧ ਚੁੱਕਿਆ। ਬਹੁਤ ਸਾਰੇ ਲੋਕਾਂ ਦੀ ਉੱਥੇ ਸ਼ਹੀਦ ਸ਼ਬਦ ਵਰਤੇ ਜਾਂਦੇ ਨੇ, ਡੈਥ ਹੋਈ ਆ, ਉਹਦੇ ਬਾਰੇ ਭਗਵੰਤ ਜੀ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ, ਆਪਣਾ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਸੈਕਿੰਡ ਪਿਆਰੇ ਦਰਸ਼ਕੋ, ਟੈਲੀਫੋਨ ਦੀਆਂ ਲਾਈਨਾਂ ਖੋਲ੍ਹ ਦਿੱਤੀਆਂ ਗਈਆਂ, ਅਗਰ ਕੋਈ ਗੱਲ ਕਰਨੀ ਹੋਵੇ ਤਾਂ ਤੁਸੀਂ ਕਰ ਸਕਦੇ ਆ ਜੀ। ਹਾਂ, ਅੱਛਾ, ਸਭ ਤੋਂ ਪਹਿਲਾਂ ਤਾਂ ਜਿਹੜੇ ਉਸ ਘੋਲ ਦੇ ਵਿੱਚ ਮੇਰੇ ਬਜ਼ੁਰਗ ਵੀਰ, ਨੌਜਵਾਨ ਵੀਰ ਜਿਹੜੇ ਸ਼ਹੀਦ ਹੋਏ ਨੇ, ਉਹਨਾਂ ਨੂੰ ਅਸੀਂ ਸਾਰੇ ਨਮਨ ਕਰਦੇ ਹਾਂ। ਕਾਂਸੀ ਟੀਵੀ ਵੱਲੋਂ ਤੇ ਆਪਣੇ ਵੱਲੋਂ ਸਾਰੇ ਅਸੀਂ ਨਮਨ ਕਰਦੇ ਹਾਂ। ਉਹਨਾਂ ਦੀ ਕੁਰਬਾਨੀ ਆ। ਘਰੋਂ ਨਿਕਲਣਾ ਸੌਖਾ ਨਹੀਂ ਹੈ, ਆਪਣੇ ਬੱਚੇ ਛੱਡ ਕੇ ਉਹ ਹਜੇ ਠੰਡ ਦੇ ਵਿੱਚ ਭੁੱਖੇ ਬਾਣੇ ਜਾਂ ਰਹਿਣਾ ਸੌਖਾ ਨਹੀਂ ਜੀ। ਜੈ ਗੁਰਦੇਵ ਜੀ। ਹਾਂਜੀ ਤੇ ਹਾਂਜੀ ਹਾਂਜੀ, ਕੌਣ ਸਾ ਬੋਲਦੇ ਜੀ? ਹਾਂਜੀ, ਮੈਂ ਮੋਹਨ ਲਾਲ ਕਰੀਮਪੁਰੀ ਬੋਲਦਾ ਜੀ, ਕੈਨੇਡਾ ਤੋਂ। ਜੀ ਸਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਅੱਛਾ ਪ੍ਰੋਗਰਾਮ ਲੈ ਕੇ ਆਏ ਆ ਜੀ। ਤੇ ਇਹ ਜਿਹੜਾ ਇੰਡੀਆ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ, ਜਿਹੜੀਆਂ ਹੁਣ ਤੁਸੀਂ ਇਸ ਵੇਲੇ ਗੱਲਾਂ ਕਰ ਰਹੇ, ਅਸਲ ਗੱਲ ਇਹ ਹੈ ਜੀ, ਭਾਰਤ ਦੀ ਜਿਹੜੀ ਪ੍ਰੋਬਲਮ ਇਹ ਹੈ। ਤੇ ਇਹ ਜਿਹੜੀਆਂ ਬਗਾਵਤਾਂ ਹੋ ਰਹੀਆਂ ਭਾਰਤ ਦੇ ਅੰਦਰ ਜੀ ਕਰੀਮਪੁਰੀ ਜੀ, ਇਸ ਬਗਾਵਤ ਦਾ ਹੱਲ ਬਾਬਾ ਸਾਹਿਬ ਨੇ ਕੀਤਾ ਸੀ ਜੀ। ਭਾਰਤ ਦਾ ਸੰਵਿਧਾਨ ਬਣਾ ਕੇ ਮਨੂਵਾਦ ਨੂੰ ਖਤਮ ਕਰਕੇ ਸਭੇ ਸਾਂਝੀਵਾਲ ਸਦਾਇਣ ਕੋਈ ਨਾ ਦਿਸੇ ਬਾਹਰਾ ਜੀਓ ਦੇ ਸਿਧਾਂਤ ਦੇ ਉੱਤੇ, ਬਹੁਜਨ ਹਟਾਏ ਬਹੁਜਨ ਸੁਖਾਏ ਦੇ ਸਿਧਾਂਤ ਦੇ ਉੱਤੇ ਬਾਬਾ ਸਾਹਿਬ ਨੇ ਭਾਰਤ ਦਾ ਸੰਵਿਧਾਨ ਬਣਾਇਆ ਸੀ ਤਾਂ ਕਿ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇ ਜੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਇਹ ਜਿਹੜਾ ਭਾਰਤ ਦਾ ਸੰਵਿਧਾਨ ਹੈਗਾ ਆ, ਅਗਰ ਇਹ ਸ਼ੈਤਾਨਾਂ ਦੇ ਹੱਥ ਆ ਗਿਆ, ਬੇਈਮਾਨਾਂ ਦੇ ਹੱਥ ਆ ਗਿਆ, ਕਾਰਪੋਰੇਟਾਂ ਦੇ ਹੱਥ ਆ ਗਿਆ, ਮਨੂਵਾਦੀਆਂ ਦੇ ਹੱਥ ਆ ਗਿਆ, ਤਾਂ ਇਸ ਸੰਵਿਧਾਨ ਦੇ ਵਿੱਚੋਂ ਮਿਲਣਾ ਕੱਖ ਨਹੀਂ, ਮਨੂਵਾਦ ਹੀ ਰਹਿਣਾ ਹੈ। ਜਿਸ ਚੋਂ ਮੈਂ ਕੱਢ ਕੇ ਲਿਆਇਆ ਉਹਨੀ ਮੁੜ ਕੇ ਉੱਥੇ ਲਿਜਾਣਾ। ਜੀ ਬਹੁਤ ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਸਹੀ ਹੈ ਗੱਲ ਤੁਹਾਡੀ। ਦੇਖੋ ਜੀ, ਉਹ ਲੈ ਗਏ ਨੇ ਇਸ ਟਾਈਮ ਬਿਲਕੁਲ। ਜਿੱਦਾਂ ਹੁਣ ਤੁਹਾਡੀ ਉਹ ਪਹਿਲੀ ਗੱਲ ਤੁਸੀਂ ਕਰਦੇ ਆਪਣੇ ਚਾਹਲ ਜੀ, 100% ਤੁਹਾਡੀ ਗੱਲ ਸਹੀ ਹੈ। ਉਹ ਗੱਲ ਤੁਹਾਨੂੰ ਚੇਤੇ ਹੈ ਵੀ ਅਸਲ ਦੇ ਵਿੱਚ ਇਹ ਕਹਿੰਦੇ ਟੁਕੜੇ ਗੈਂਗ ਨਹੀਂ ਜੀ, ਨਹੀਂ, ਇਹ ਸਵਾਲ ਹੈ ਜਿਹੜੇ ਨਹੀਂ, ਉਹਨਾਂ ਨੇ ਕੰਢੇ ਤੇ ਖੜਾ ਕਰ ਦਿੱਤਾ ਨਾ ਸਾਨੂੰ ਲਿਆ ਕੇ। ਦੇਖੋ, ਸਾਡੀ ਐਜੂਕੇਸ਼ਨ ਖੋਲ੍ਹੀ ਉਹਨਾਂ ਨੇ, ਹੈਲਥ ਸਿਸਟਮ ਸਾਰਾ ਉਹ ਸਾਡਾ ਖੋਲ੍ਹਿਆ ਉਹਨਾਂ ਨੇ, ਰਾਈਟ। ਉਹਨਾਂ ਨੇ 에ਅਰਪੋਰਟ ਸਾਡੇ ਵੇਚ ਦਿੱਤੇ ਆ, ਸਾਡੀਆਂ ਰੇਲਵੇ ਲਾਈਨਸ, ਰੇਲਵੇ ਸਾਡੇ ਜਿਹੜੇ ਹੈਗੇ ਆ ਉਹ ਵੇਚ ਦਿੱਤੇ ਆ, ਰਾਈਟ। ਸੋ ਸਾਡਾ 에ਅਰਲਾਈਨਾਂ ਹੋਰ ਵੇਚਣ ਜਾ ਰਹੇ ਆ। ਸਾਡੇ ਕੋਲ ਰਹਿ ਕੀ ਗਿਆ? ਸਾਡੇ ਜਿਹੜੇ ਹੁਣ ਜਿਹੜਾ ਡਾਕਾ ਪੈ ਰਿਹਾ ਉਹ ਸਾਡੇ ਹਿਊਮਨ ਰਾਈਟਸ ਤੇ ਪੈ ਰਿਹਾ। ਸਾਡੇ ਕੋਲ ਪੱਲੇ ਰਹਿ ਗਈ ਬੇਸ਼ਰਮੀ। ਬੇਸ਼ਰਮੀ ਦੀ ਹੱਦ ਉਸ ਵੇਲੇ ਹੋਈ ਜਦੋਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਅਸਲ ਵਿੱਚ ਟੁਕੜੇ ਗੈਂਗ ਆ। ਹਾਂਜੀ, ਬੜੀ ਹੈਰਾਨੀ ਦੀ ਗੱਲ ਹੈ ਕਿ ਕੋਈ 24 ਸਾਲ ਇੱਕ ਸਾਥੀ ਨਾਲ ਰਹਿ ਹੋਈਏ ਤੇ ਜਦੋਂ ਇਹ ਵੀ ਹੋ ਗਿਆ ਸੀਗਾ ਕਿ ਕਾਨੂੰਨ ਵੀ ਜਿਹੜੇ ਉਹਨਾਂ ਦੀ ਦੇਖ ਰੇਖ 'ਚ ਬਣੇ ਆ ਤੇ ਬਾਹਰ ਆ ਕੇ ਬਿਆਨ ਵੀ ਦਿੱਤੇ ਆ ਬਾਦਲ ਦੇ ਵਾਈਫ ਹਰਸਿਮਰਤ ਕੌਰ ਜੀ ਨੇ ਕਿ ਕਾਨੂੰਨ ਬਹੁਤ ਵਧੀਆ ਆ। ਜਦੋਂ ਕਾਨੂੰਨ ਜੀ, ਜੈ ਗੁਰਦੇਵ, ਜੈ ਭੀਮ ਜੀ, ਹੈਲੋ
ਹੈਲੋ ਹਾਂਜੀ ਹੈਲੋ ਹੈਲੋ ਜੀ, ਹਾਂਜੀ ਆਵਾਜ਼ ਆ ਰਹੀ ਜੀ। ਹਾਂਜੀ ਮੈਨੂੰ ਆ ਰਹੀ ਹੈ ਕਿ ਨਾ ਨਮਸਕਾਰ ਤੁਹਾਨੂੰ ਪੈਨਲ ਨੂੰ ਸਾਰਿਆਂ ਨੂੰ ਜੀ ਥੈਂਕ ਯੂ ਜੀ। ਹਾਂਜੀ ਦੇਖੋ ਜਿਹੜੀ ਨਾ ਇਸ ਵੇਲੇ ਇੰਡੀਆ ਦੀ ਜਿਹੜੀ ਸਿਚੁਏਸ਼ਨ ਹੈ ਜੀ ਜਿਸ ਨੇ ਹਿੰਦੁਸਤਾਨ ਉਸ ਮੁਲਕ ਨੂੰ ਵੰਡਿਆ, ਇੰਡੀਆ ਨੂੰ ਵੰਡਿਆ, ਭਾਰਤ ਨੂੰ ਵੰਡਿਆ, ਹਿੰਦੁਸਤਾਨ ਨੂੰ ਵੰਡਿਆ, ਜੀ ਉਹੀ ਸਿਚੁਏਸ਼ਨ ਜਿਹੜੀ ਆ ਉਹ ਮੁੜ ਕੇ ਫਿਰ ਆ ਗਈ। ਜੀ ਜੇ ਅਸੀਂ ਇਸ ਸਿਚੁਏਸ਼ਨ ਨੂੰ ਕੰਟਰੋਲ ਨਾ ਕੀਤਾ, ਇਸ ਫਿਰਕਾ ਪ੍ਰਸਤੀ ਨੂੰ, ਇਸ ਜਾਤੀਵਾਦ ਨੂੰ, ਇਹ ਉੱਚੀ ਜਾਤ ਆ ਨੀਵੀਂ ਜਾਤ, ਮੈਨੂੰ ਇਹ ਨਹੀਂ ਸਮਝ ਲੱਗਦੀ। ਬਿਲਕੁਲ ਇਹ ਕਹਿੰਦੇ ਸੀ, ਮੈਂ ਕਈ ਦਫਾ ਸੁਣਦਾ ਜੀ ਉੱਚੀ ਜਾਤ ਬਾਰੇ ਰਹਿੰਦੇ ਆ, ਜੀ ਮੈਨੂੰ ਦੱਸੋ ਤਾਂ ਸਹੀ ਵੀ ਤੁਹਾਡੇ ਤੇ ਕਿਹੜੀ ਉੱਚੀ ਜਾਤ ਆ? ਨਹੀਂ ਕਦੀ ਵੀ ਨਹੀਂ ਕਹਿਣਾ ਤੁਸੀਂ ਚਾਹੀਦਾ। economically powerful ਹੋ ਸਕਦੇ ਆ। ਜਾਤੀਆਂ ਕਮਿਊਨਿਟੀਆਂ ਇਸ ਮੁਲਕ ਦੇ ਵਿੱਚ ਰੈਸਟੋਰੈਂਟ ਲੋਕੀ ਰਹਿੰਦੇ ਆ, ਮਤਲਬ ਇਹ ਕੋਈ ਗਰੀਬ ਰਹਿੰਦੇ ਆ, ਉਹ ਕਦੀ ਨਹੀਂ ਕਹਿੰਦੇ ਕਿ ਉਹ ਕਲਾਸ ਕਹਿ ਸਕਦੇ ਵੀ ਮਿਡਲ ਕਲਾਸ ਰਹਿੰਦੇ ਆ ਜਾਂ ਅਪਰ ਕਲਾਸ ਰਹਿੰਦੇ ਆ। ਹਾਂ ਇਹਦਾ ਕੀ ਮਤਲਬ ਆ ਕਿ ਮਤਲਬ ਵੀ ਉਹ ਉੱਚੀ ਜਾਤ ਦੇ ਲੋਕ ਰਹਿੰਦੇ ਆ? ਅੱਜ ਦੇ ਜ਼ਮਾਨੇ ਵਿੱਚ ਭਾਜੀ ਇੱਕ ਸ਼ਰਮ ਵਾਲੀ ਗੱਲ ਨਹੀਂ ਬਿਲਕੁਲ ਕਿ ਉਸ ਮੁਲਕ ਦੇ ਲੋਕੀ ਜਿਹੜੇ ਅੱਜ ਲੀਡਰ ਸਮਝਦੇ ਆ, ਉਹ ਇੱਕ ਇਨਸਾਨ ਨੂੰ ਇੱਕ ਗਰੀਬੀ ਹੋਣ ਕਰਕੇ ਉਹਨੂੰ ਨੀਵਾਂ ਸਮਝਣ। ਜਿਸ ਮੁਲਕ ਦੀ ਪਾਪੂਲੇਸ਼ਨ 1.4 ਬਿਲੀਅਨ ਹੋਵੇ, ਉਸ ਮੁਲਕ ਦੇ ਇਦਾਂ ਦੇ ਗੰਦੇ ਲੀਡਰ ਤੁਹਾਨੂੰ ਜੁੜ ਜਾਣ, ਫਿਰਕਾ ਪ੍ਰਸਤ, ਉਹ ਮੁਲਕ ਕਿੱਧਰ ਜਾਏਗਾ? ਮੈਨੂੰ ਤਾਂ ਇਹੀ ਸੋਚ ਨਹੀਂ ਲੱਗਦੀ ਕਿ 1.4 ਬਿਲੀਅਨ ਪੀਪਲ ਵਿਦ ਸੋ ਮਚ ਡਾਇਵਰਸਿਟੀਜ਼ ਇਨ ਇਟ, ਅਗਰ ਤੁਸੀਂ ਉਹਨਾਂ ਦੇ ਵਿੱਚ ਇੱਕ ਸੁਸਾਇਟੀ, ਇੱਕ ਭਾਈਚਾਰਕ ਕੋਹੀਜ਼ਨ ਨਹੀਂ ਲਿਆ ਸਕਦੇ ਤੇ ਉਹ ਸੁਸਾਇਟੀ ਕਿੱਦਾਂ ਚੱਲ ਜਾਊਗੀ? ਹਾਊ ਕੈਨ ਦੇ ਰਨ ਇਟ? ਪਰ ਆ ਜਿਹੜੀ ਗਵਰਨਮੈਂਟ, ਕੁਝ ਹਾਲਤ ਐਸੇ ਆ ਗਏ, ਕੁਝ ਜਿੰਨੀਆਂ ਵੀ ਗਵਰਨਮੈਂਟ ਆਈਆਂ, ਜਿਸ ਡੈਵਲ ਨੇ ਇੰਡੀਆ ਨੂੰ ਗੁਲਾਮ ਰੱਖਿਆ ਸੀ 5000 ਸਾਲ ਪਹਿਲਾਂ, ਅੰਗਰੇਜ਼ਾਂ ਦੇ ਥੱਲੇ 300 ਸਾਲ ਪਹਿਲਾਂ, ਅਸੀਂ ਉਹਨਾਂ ਹੀ ਤਾਕਤਾਂ ਨੂੰ ਮੁੜ ਕੇ ਫਿਰ ਤਾਕਤ ਦੇਤੀ। ਉਹੀ ਤਾਕਤਾਂ ਮੁੜ ਕੇ ਉਸ ਮੁਲਕ ਨੂੰ ਬਰਬਾਦ ਕਰ ਰਹੀਆਂ। ਬਿਲਕੁਲ। ਔਰ ਜੇ ਇਹਨਾਂ ਨੂੰ ਨਾ ਕੀਤਾ ਗਿਆ ਤੇ ਇੰਡੀਆ ਵਿਲ ਬੀ ਨੋ ਮੋਰ ਇੰਡੀਆ। ਅਸਲ 'ਚ ਨਾ ਪਾਰਟੀਸ਼ਨ ਤੋਂ ਪਹਿਲਾਂ ਵੀ ਹਿੰਦੁਸਤਾਨ ਜਦ ਮਨੁੱਖੀ ਆਏ ਨਾ, ਤੇ ਇੰਡੀਆ ਕੋਈ ਮੁਲਕ ਨਹੀਂ ਸੀ, ਤੇ ਗਰੁੱਪ ਆਫ ਪੀਪਲ ਲਿਵਿੰਗ ਦੇਅਰ, ਰਾਈਟ। ਜਿੱਥੇ ਕਿਸੇ ਦਾ ਜ਼ੋਰ ਸੀਗਾ, ਉਹਨੇ ਆਪਣੇ 4 ਪੰਜ ਪਿੰਡ ਇਕੱਠੇ ਕਰਕੇ ਆਪਣਾ ਰਾਜ ਕਾਇਮ ਕਰ ਲਿਆ। ਇਹੀ ਹਾਲਤ ਉਸ ਮੁਲਕ ਦੀ ਹੋ ਜਾਏਗੀ ਅਗਰ ਇਸ ਮੁਲਕ ਨੇ ਅਸਲ 'ਚ ਗਦਾਰ ਕੌਣ ਆ? ਇਹ ਕਹਿੰਦੇ ਨਾ ਉਹ ਜੀ ਜਿਹਨੂੰ ਗਦਾਰ ਆ ਫਲਾਣੇ ਆ, ਗਦਾਰ ਕੌਣ ਆ? ਇਹ ਗਦਾਰ ਮੋਦੀ ਕਲਾਨ ਆ, ਜਿਹੜੇ ਇਸ ਵੇਲੇ ਭਾਈਚਾਰੇ ਨੂੰ ਵੰਡ ਰਹੇ ਆ। ਅਸੀਂ ਪੰਜਾਬ ਦੇ ਵਿੱਚ ਬੜੇ ਪਿਆਰ ਨਾਲ ਰਹਿੰਦੇ ਆ। ਮੈਂ ਤੁਹਾਨੂੰ ਚਮਝੇ ਇੱਕ ਮੈਂ ਤੁਹਾਨੂੰ ਗੱਲ ਪੁੱਛਦਾ ਜੀ ਵੀ ਜਿਹੜੇ ਅਸੀਂ ਕਹਿੰਦੇ ਵੀ ਖਾਲਿਸਤਾਨ ਨੂੰ ਅਸੀਂ ਕਹਿੰਦੇ ਵੀ ਅਸੀਂ ਨਹੀਂ ਐਕਸੈਪਟ ਕਰਦੇ, ਇਹ ਸਾਡੇ ਪੰਜਾਬ 'ਚ ਨਹੀਂ ਹੋ ਸਕਦਾ। ਅੱਜ ਤੁਹਾਨੂੰ ਸੋਚ ਇਹ ਨਹੀਂ ਲੱਗਦੀ ਕਿ ਅਸੀਂ ਉਹਨਾਂ ਲੋਕਾਂ ਦੇ ਨਾਲ ਵੀ ਅਸੀਂ ਹਮਦਰਦੀ ਕਰਨਾ ਪੈਣਾ? ਜਿਹਨੂੰ ਜੇ ਜਿਹਨੂੰ 13 ਮੈਂਬਰ ਪਾਰਲੀਮੈਂਟ ਪੰਜਾਬ ਦੇ ਵਿੱਚੋਂ ਚੁਣੇ ਜਾਂਦੇ ਆ, ਜੇ ਹਰ ਸਾਲ ਸਾਡੇ ਤੇ ਇਹ ਗੁਜਰਾਤ ਦੇ ਗੁੰਡੇ ਬਿਠਾ ਦਿੱਤੇ ਗਏ, ਬਿਹਾਰ ਦੇ ਗੁੰਡੇ ਬਿਠਾ ਦਿੱਤੇ ਗਏ, ਨਤੀਸ਼ ਦੇ ਗੁੰਡੇ ਬਿਠਾ ਦਿੱਤੇ ਗਏ, ਮਹਾਰਾਸ਼ਟਰ ਦੇ ਗੁੰਡੇ ਦਿੱਲੀ 'ਚ ਬਿਠਾ ਦਿੱਤੇ ਗਏ, ਤੇ ਪੰਜਾਬੀ ਕਿਧਰੋਂ ਜਾਣਗੇ? ਫਿਰ ਸੋਚਣ ਦੀ ਗੱਲ ਹੈ। ਫਿਰ ਅਗਰ ਤਾਂ ਉੱਥੇ ਇਸ ਮੁਲਕ ਦੇ ਲੋਕ ਲੀਡਰਾਂ ਨੂੰ ਅਕਲ ਆਉਣੀ ਪਊਗੀ ਔਰ ਸੋਚਣਾ ਪਏਗਾ ਕਿ ਇਦਾਂ ਮੁਲਕ ਨਹੀਂ ਚੱਲ ਸਕਦਾ। ਯੂ ਕੈਨੋਟ ਰਨ ਦਾ ਕੰਟਰੀ ਲਾਈਕ ਦੈਟ ਮੈਨ। ਲੋਕ ਇਹਨਾਂ ਮੁਲਕਾਂ ਦੇ ਵਿੱਚ ਕਿੰਨੀਆਂ ਡਾਇਵਰਸਿਟੀ ਦੇ ਲੋਕ ਰਹਿੰਦੇ ਨੇ, ਹਰ ਇਨਸਾਨ ਹਰ ਨੂੰ ਫੇਅਰਲੀ ਮਤਲਬ ਟ੍ਰੀਟ ਕੀਤਾ ਜਾਂਦਾ। ਅਗਰ ਉਸ ਮੁਲਕ ਦੇ ਲੋਕਾਂ ਨੇ ਆਪਣੇ ਮੁਲਕਾਂ ਨੂੰ ਰਿਸਪੈਕਟ ਨਹੀਂ ਸ਼ੋ ਕੀਤੀ, ਪਬਲਿਕ ਨੂੰ ਰਿਸਪੈਕਟ ਨਹੀਂ ਸ਼ੋ ਕੀਤੀ ਔਰ ਆਪਣੇ ਆਪ ਨੂੰ ਮੁਲਕ ਦੇ ਸਰਵੈਂਟ ਨਹੀਂ ਸਮਝਿਆ, ਉਹ ਮੁਲਕ ਪਤਾ ਨਹੀਂ ਰੱਬ ਜਾਣੇ ਕਿੱਧਰ ਨੂੰ ਜਾਊ। ਮੈਂ ਮਾੜੇ ਲਫ਼ਜ਼ ਨਹੀਂ ਕਹਿਣਾ ਚਾਹੁੰਦਾ। ਚਾਲ ਸਾਹਿਬ ਬਹੁਤ ਮਿਹਰਬਾਨੀ, ਮੈਂ ਬੜਾ ਜਜ਼ਬਾਤ ਚਾ ਕੇ ਗੱਲ ਕਹਿ ਜਾਂਗਾ। ਇਟ ਰੀਅਲੀ ਪੇਨਫੁਲ ਜੋ ਕੁਛ ਉਸ ਮੁਲਕ 'ਚ ਹੋ ਰਿਹਾ। ਦੂਸਰੀ ਗੱਲ ਮੈਂ ਇੱਕ ਮਾੜੀ ਜਿਹਾ ਗੱਲ ਕਰਨਾ, ਜਿਹੜੇ ਸਾਡੇ ਭਰਾ ਸ਼ਹੀਦ ਹੋਏ ਆ, ਮੈਂ ਉਹਨਾਂ ਨੂੰ ਲੱਖ ਪ੍ਰਣਾਮ ਕਰਦਾ। ਥੈਂਕ ਯੂ ਵੈਰੀ ਮਚ। ਬਹੁਤ ਮਿਹਰਬਾਨੀ ਸਰ ਜੀ। ਜਿਹੜਾ ਤੁਹਾਡਾ ਸਾਨੂੰ ਸਵਾਲ ਸੀ ਉਹ ਸੀ ਖਾਲਿਸਤਾਨ ਬਾਰੇ। ਅਸੀਂ ਕਦੇ ਵੀ ਖਾਲਿਸਤਾਨ ਨੂੰ ਪ੍ਰਮੋਟ ਨਹੀਂ ਕਰਦੇ। ਅਸੀਂ ਇਸ ਵੇਲੇ ਜਿਹੜੀ ਚੱਲ ਰਹੀ ਲਹਿਰ ਉਹ ਹੈਗੀ ਪੰਜਾਬੀਆਂ ਦੀ, ਕਿਸਾਨਾਂ ਦੇ ਖੇਤਾਂ ਦੀ ਔਰ ਪੂਰੇ ਭਾਰਤ ਦੇ ਕਿਸਾਨਾਂ ਦੀ। ਸਾਡੀ ਪੰਜਾਬੀਆਂ ਦੀ ਹੋਂਦ ਬਚਾਉਣ ਲਈ, ਜਾਂ ਸਾਡੇ ਜਿਹੜਾ ਪੰਜਾਬੀ ਭਾਈਚਾਰਾ ਆ ਜਿਹੜਾ ਕਿਸਾਨੀ ਨਾਲ ਜੁੜਿਆ ਹੋਇਆ, ਉਹਨਾਂ ਦੇ ਨਾਲ ਖੜੇ ਆ। ਅਸੀਂ ਖਾਲਿਸਤਾਨ ਦੇ ਨਾਲ ਬਿਲਕੁਲ ਨਹੀਂ ਖੜੇ। ਔਰ ਟੀਵੀ ਵੀ ਜਿਹੜਾ ਕੋਈ ਵੀ ਵਿਅਕਤੀ ਜਿਹੜਾ ਸਾਡੇ ਇੱਥੋਂ ਬੋਲਣ 'ਤੇ ਕੋਈ ਵੀ ਖਾਲਿਸਤਾਨ ਦੇ ਨਾਲ ਨਹੀਂ ਖੜਾ। ਅਸੀਂ ਆਪਣੀ ਲੜਾਈ ਲੜ ਰਹੇ ਹਾਂ ਜਿਹੜੀ ਸਾਡੇ ਕਿਸਾਨਾਂ ਦੀ ਆ। ਦੂਸਰੀ ਗੱਲ ਇਹ ਆ ਵੀ ਜੇ ਪੰਜਾਬੀ ਨਾ ਹੁੰਦੇ, ਸਿਕੰਦਰ ਜਿਹੜਾ ਆ ਉਹਦਾ ਮੂੰਹ ਮੁੜਨ ਵਾਲਾ ਵੀ ਪੰਜਾਬੀ ਸੀ। ਜਿਹੜੀਆਂ ਹੁਣ ਬਹੁਤ ਸਾਰੇ ਹੋਰ ਤਰ੍ਹਾਂ ਗੱਲਾਂ ਕਰ ਦਿੰਦੇ ਵੀ ਇੱਕ ਗੱਲ ਟਕੇ ਨੂੰ ਵਿਕਦੀ ਸੀ, ਅਸੀਂ ਮੋੜ ਕੇ ਲਿਆਓ। ਚਲੋ ਉਹਦੇ 'ਤੇ ਫਿਰ ਗੱਲ ਕਰਦੇ ਜੀ। ਜੈ ਗੁਰਦੇਵ, ਜੈ ਭੀਮ ਜੀ।
ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਕਿੱਦਾਂ, ਠੀਕ ਹੈ ਤੁਸੀਂ? ਹਾਂਜੀ ਠੀਕ ਹੈ ਜੀ। ਤੁਹਾਨੂੰ ਤਿੰਨਾਂ ਨੂੰ ਮੈਂ ਪਿਆਰ ਦਿੰਦੀ ਆ ਜੀ, ਤੇ ਬਹੁਤ। ਕਾਂਸੀ ਟੈਲੀਵਿਜ਼ਨ ਨੂੰ ਪ੍ਰਣਾਮ ਕਰਦੀ ਆ। ਦੇਖੋ ਤੁਸੀਂ ਬਹੁਤ ਚੰਗੇ ਚੰਗੇ ਬੁਲਾਰੇ ਆਏ, ਬਹੁਤ ਕੁਝ ਕਹਿ ਗਏ, ਬਹੁਤ ਕੁਝ ਕਹਿੰਦੇ ਆ। ਮਿਹਰਬਾਨੀ ਜੀ। ਤੁਸੀਂ ਇਹ ਸੋਚੋ ਜਿਹੜੇ ਵਿਚਾਰੇ ਉੱਥੇ ਬਾਹਰ ਬੈਠੇ ਜਾਨਾਂ ਦੇਈ ਜਾਂਦੇ, ਉਹ ਇਨਸਾਨ ਵਾ ਕਿ ਹਵਾਨ ਹੈ? ਜੀ ਇਹਦੇ ਲਈ ਕਰਦੇ, ਉਹ ਆਪਣੇ ਭਾਰਤ ਲਈ ਕਰਦੇ ਆ ਜੀ ਬਿਲਕੁਲ। ਇਹ ਹੈ ਨਾ, ਇਹੋ ਜ਼ਮੀਨਾਂ ਦਾ ਵੀ ਉਹ ਵੀ ਭਾਰਤ ਦਾ ਹੀ ਆ। ਆਪਾਂ ਨੂੰ ਕਿਉਂ ਏਦਾਂ ਵੰਡਣੀ? ਆਪਾਂ ਇੱਕ ਦੂਏ ਨੂੰ ਕਾਹਤੋਂ ਮਾਰਨਾ ਆ? ਭਗਵਾਨ ਨਾ ਕਿਸੇ ਨੂੰ ਮਾਰੇ। ਜੇ ਆਪਾਂ ਭਗਵਾਨ ਨੂੰ ਮੰਨਦੇ ਆ ਤੇ ਸੰਵਿਧਾਨ ਦੇ ਵਿੱਚ ਲਿਖਿਆ ਆ ਵੀ ਜਿਹੜੀ ਚੀਜ਼ ਨਹੀਂ ਚੰਗੀ ਉਹਨੂੰ ਫਿਨਿਸ਼ ਕਰ ਦੋ। ਬਿਲਕੁਲ ਜੀ, ਤੁਹਾਡੀ ਗੱਲ ਤੇ ਸਹੀ ਹੈ। ਸੰਵਿਧਾਨ ਵਿੱਚ ਲਿਖ ਦਿੱਤਾ ਤੇ ਤੂੰ ਮੈਂ ਤਾਂ ਕੋਈ ਚੀਜ਼ ਹੀ ਨਹੀਂਗੀ। ਮੈਂ ਬਿਲਕੁਲ ਤਾਂ ਜੀ, ਤੁਹਾਡੇ ਲੇਕਿਨ ਮੁੜੇ ਸੰਵਿਧਾਨ ਨੂੰ ਮੰਨਣ ਵਾਲੇ ਹਜੇ ਉਸ ਲੈਵਲ ਤੇ ਨਹੀਂ ਨਾ ਆਏ। ਸਾਨੂੰ ਤਾਂ ਹਾਲੇ ਤੇ ਕਿਸੇ ਨੇ ਮੰਨਿਆ ਨਹੀਂ। ਸੰਵਿਧਾਨ ਤਾਂ ਇੱਕ ਹੀਰਾ ਆ। ਜੇ ਸੰਵਿਧਾਨ ਨਾ ਹੁੰਦਾ ਤੇ ਆਪਾਂ ਵੀ ਨਹੀਂ ਸੀ ਹੋਣਾ। ਸਾਰੀ ਦੁਨੀਆ ਇੱਕ ਕਾਇਦੇ ਤੇ ਚੱਲਦੀ, ਜੇ ਕਾਇਦੇ ਨੂੰ ਨਾ ਮੰਨਾਂਗੇ ਤਾਂ ਨੁਕਸਾਨ ਹੁੰਦਾ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ ਫੋਨ ਕਰਨ ਲਈ। ਥੈਂਕ ਯੂ ਜੀ। ਗੱਲ ਕਰ ਰਹੇ ਸੀ ਕਿ ਬਾਦਲ ਨੇ ਕਿਹਾ ਵੀ ਟੁਕੜੇ ਟੁਕੜੇ ਗੈਂਗ। ਇਹਨਾਂ ਨੂੰ ਪੁੱਛੋ ਵੀ ਤੁਸੀਂ ਕਿੰਨੇ ਸਾਲ ਭਾਜਪਾ ਦੇ ਨਾਲ ਰਾਜ ਕੀਤਾ? ਪਹਿਲਾਂ ਕੀਤਾ 5 ਸਾਲ, ਫਿਰ ਕਾਂਗਰਸ ਆ ਗਈ, ਫਿਰ 5 ਸਾਲ ਕੀਤਾ, ਫਿਰ ਰੈਗੂਲਰ 5 ਸਾਲ ਕੀਤਾ। ਹੁਣ ਵੀ ਤੁਹਾਡੀ ਜਿਹੜੀ ਭਾਜਪਾ ਨਾਲ ਸਾਂਝ ਸੀ। ਜਦੋਂ ਕਿਸਾਨੀ ਮਸਲਾ ਆਇਆ ਸੀ, ਹਰਸਿਮਰਤ ਕੌਰ ਕਿੱਥੇ ਸੀ? ਨਾਲ ਸੀ। ਜਦੋਂ ਪਤਾ ਲੱਗ ਗਿਆ ਵੀ ਹੁਣ ਰੌਲਾ ਪੈ ਗਿਆ, ਇਸ ਵੇਲੇ ਹਾਹਾ ਲਾਲਾ ਲਾਲਾਕਾਰ ਹੋ ਗਈ ਆ, ਤੇ ਹੁਣ ਚ ਕਹਿ ਅਸਤੀਫਾ ਦੇ ਦਿੱਤਾ, ਤੇ ਹੁਣ ਕਹਿੰਦੇ ਆ ਜੀ ਅਸੀਂ ਇਹ ਭਾਜਪਾ ਟੁਕੜੇ ਟੁਕੜੇ ਗੈਂਗ ਆ। ਜੀ ਦੱਸੋ, ਟੁਕੜੇ ਟੁਕੜੇ ਗੈਂਗ ਆ ਜੀ? ਇੱਕ ਸੈਕਿੰਡ ਕਾਲ ਲੈ ਲਈ। ਜੈ ਗੁਰਦੇਵ, ਜੈ ਭੀਮ ਜੀ, ਓਨਲੀ 1 ਮਿੰਟ ਵਾਸਤੇ। ਹਾਂਜੀ, ਕੌਣ ਸਾਹਿਬ ਬੋਲਦੇ ਜੀ? ਹੈਲੋ ਹੈਲੋ ਜੀ। ਹਾਂਜੀ, ਗੱਲ ਕਰ ਸਕਦਾ? ਇਹ ਕੌਣ ਸਾਹਿਬ ਬੋਲਦੇ ਜੀ? ਮੈਂ ਹਰਲਾਲ ਸਿੰਘ ਸਮਰਾ ਬੁਲਬੁਰਹਮ ਤੋਂ ਗੱਲ ਕਰਦਾ ਸਮਰਾ ਜੀ, ਜਰਾ ਹੋਲਡ ਕਰਨਾ। ਹਾਂਜੀ, ਗੱਲ ਹੋਲਡ ਕਰਨਾ ਜੀ। ਜੀ ਹਾਂਜੀ, ਆਪਾਂ ਗੱਲ ਕਰਦੇ ਟੁਕੜੇ ਟੁਕੜੇ। ਦੇਖੋ ਇਹਨਾਂ ਨੂੰ ਹੁਣ ਕਿੱਥੋਂ ਯਾਦ ਆ ਗਿਆ ਟੁਕੜੇ ਟੁਕੜੇ ਦਾ? ਇਹ ਟੁਕੜੇ ਟੁਕੜੇ ਜਿਹੜੇ ਆ ਤਾਂ ਟੁਕੜੇ ਟੁਕੜੇ ਤਾਂ ਇਹ ਆਪ ਆ ਜੀ, ਕਿਉਂਕਿ ਇਹਨਾਂ ਦੀ ਭਾਈਵਾਲੀ 90 ਦੇ ਦਹਾਕੇ ਤੋਂ ਬਾਅਦ ਚ ਇਹਨਾਂ ਦੀ ਭਾਈਵਾਲੀ ਜਿਹੜੀ ਆ ਬੀਜੇਪੀ ਗਵਰਨਮੈਂਟ ਦੇ ਨਾਲ ਹੋ ਗਈ ਸੀਗੀ। ਜਿਹੜੀ ਹਰਸਿਮਰਤ ਕੌਰ ਆ, ਇਹੀ ਤਾਂ ਇਦਾਂ ਫੜ ਫੜ ਕੇ ਕਹਿੰਦੀ ਸੀ ਕਿ ਪਾਰਲੀਮੈਂਟ ਦੇ ਵਿੱਚ ਕਿ ਆਹ ਜਿਹੜੇ ਕਿਸਾਨਾਂ ਦੇ ਬਿੱਲ ਲਿਆਂਦੇ ਗਏ ਆ, ਕਿਸਾਨਾਂ ਦੇ ਪੱਖ ਦੇ ਵਿੱਚ ਆ। ਹੁਣ ਕਿਸਾਨ ਆ, ਮੰਡੀ ਆ ਜਿਹੜੀ, ਉਹ ਕਿਤੇ ਵੀ ਜਾ ਕੇ ਵੇਚ ਸਕਦਾ ਆਪਣੀ ਫਸਲ ਨੂੰ। ਇਦਾਂ ਕਰ ਕਰਕੇ ਹਿਲਾ ਕੇ ਦੱਸਦੇ ਸੀਗੇ ਇਹ ਨਾ ਜੀ, ਬਿਲਕੁਲ। ਸੋ ਇਹ ਉਹ ਲੋਕ ਆ ਹੁਣ ਟੁਕੜੇ ਟੁਕੜੇ ਗੈਂਗ ਜਾਂ ਫਲਾਨਾ ਧਮਕੜਾ ਇੱਧਰ ਉੱਧਰ ਦੀਆਂ ਗੱਲਾਂ। ਦੇਖੋ ਇਹ ਢੀਠ ਲੋਕ ਆ, ਇਹਨਾਂ ਨੂੰ ਕੋਈ ਮਤਲਬ ਨਹੀਂ ਲੋਕਾਂ ਦੇ ਨਾਲ ਆਪਣੇ। ਇਹਨਾਂ ਨੂੰ ਸਿਰਫ ਆਪਣੀਆਂ ਮਿਨਿਸਟਰੀਆਂ ਦੀਦੀਆਂ ਜਾਂ ਇਹਨਾਂ ਨੂੰ ਵੋਟਾਂ ਦੀਦੀਆਂ ਵੀ ਅਸੀਂ ਲੋਕਾਂ ਦੇ ਵਿੱਚ ਜਾਣਾ ਕਿੱਦਾਂ ਆ। ਸੋ ਇਹ ਢੀਠ ਲੋਕ ਆ। ਸੋ ਇਹਨਾਂ ਦੀ ਬਹੁਤੀ ਕੁਲਵੰਤ ਜੀ ਦੇ ਜਾਣ ਤੋਂ ਪਹਿਲਾਂ ਕਾਲ ਲੈ ਲਈਏ ਜੀ। ਜੈ ਗੁਰਦੇਵ, ਜੈ ਭੀਮ ਜੀ। ਸਮਰਾ ਸਾਹਿਬ। ਹਾਂਜੀ ਸਮਰਾ ਜੀ। ਲਾਇਸੈਂਸ ਆ ਗਿਆ। ਹਾਂਜੀ ਸਮਰਾ ਜੀ। ਹੈਲੋ ਜੀ। ਬੋਲੋ ਸਰ, ਸਾਡੀ ਆਵਾਜ਼ ਆ ਰਹੀ ਹੈ, ਤੁਸੀਂ ਔਨ 에ਅਰ ਆਉਂਦਾ। ਹੈਲੋ, ਮੈਂ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਵੈਸੇ ਉਹਦਾ ਇੰਡੀਆ ਚੋਂ ਵਾਪਸ ਆਇਆ, ਮੁੜ ਕੇ ਉੱਥੇ 1 ਸਾਲ ਰਹਿ ਕੇ ਆਇਆ। ਅੱਛਾ ਜੀ। ਤੇ ਉਹ ਮਤਲਬ ਯਾਨੀ ਕਿ ਮੈਂ ਹੁਣ ਇਹ ਕਹਿਣਾ ਚਾਹੁੰਦਾ ਬਈ ਜੋ ਵੀ ਇਸ ਵੇਲੇ ਕਿਸਾਨਾਂ ਦਾ ਮਸਲਾ ਚੱਲ ਰਿਹਾ ਜੀ, ਉਹ ਤੋਂ ਸਾਨੂੰ ਸਬਕ ਸਿੱਖਣਾ ਚਾਹੀਦਾ। ਵੈਸੇ ਮੈਂ ਆਪਣੇ ਵਿਚਾਰ ਦੱਸਦਾ ਵੀ ਜੋ ਕੀਤਾ ਚੰਗਾ ਕੀਤਾ। ਇਸ ਵੇਲੇ ਸਾਰੀਆਂ ਨੇਸ਼ਨਾਂ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਕੁਛ ਨਹੀਂ, ਸਾਰੀਆਂ ਇਕੱਠੀਆਂ ਹੋ ਗਈਆਂ, ਇਕੱਠੀਆਂ ਹੋ ਕੇ ਯੁੱਧ ਲੜ ਰਹੀਆਂ, ਲੜਾਈ ਲੜ ਰਹੀਆਂ। ਇਸੇ ਤਰ੍ਹਾਂ ਸਾਨੂੰ ਇਹ ਸਬਕ ਸਿੱਖਣਾ ਚਾਹੀਦਾ। ਆਇੰਦਾ ਸਾਲਾਂ ਵਿੱਚ ਆਉਣ ਵਾਲੀ ਜਨਰੇਸ਼ਨ ਨੂੰ ਇਕੱਠੇ ਹੋਣਾ ਚਾਹੀਦਾ। ਸਮਰਾ ਜੀ, ਮੈਂ ਤੁਹਾਨੂੰ ਛੋਟਾ ਜਿਹਾ ਸਵਾਲ ਕਰਦਾ। ਤੁਹਾਡੀ ਗੱਲ ਆ ਗਈ ਸਾਡੇ ਕੋਲ। ਇਹ ਤੋਂ ਪਹਿਲਾਂ ਅਸੀਂ ਰਵਿਦਾਸੀਆ ਸਮਾਜ ਨੇ ਉਹਨਾਂ ਮੰਦਿਰ ਢਾਇਆ ਗਿਆ ਸੀਗਾ ਤੁਗਲਕਾ। ਮੈਂ ਉਦੋਂ ਇੱਥੇ ਸੀ। ਉਹ ਲੜਾਈ ਅਸੀਂ ਇਕੱਲਿਆਂ ਨੇ ਲੜੀ ਆ ਔਰ ਉਹ ਵਾਪਸ ਵੀ ਕਰਾਈ ਆ। ਮੈਂ ਤੁਹਾਡੇ ਤੋਂ ਇਹ ਅਪੀਲ ਸੁਣਨੀ ਚਾਹੁੰਦਾ ਵੀ ਤੁਸੀਂ ਅਪੀਲ ਕਰੋਗੇ ਲੋਕਾਂ ਨੂੰ ਵੀ ਉਹ ਲੜਾਈ ਤੇ ਇਹਨਾਂ ਨੇ ਇਕੱਲਿਆਂ ਲੜੀ ਸੀ, ਅੱਜ ਸਾਡੇ ਨਾਲ ਖੜੇ ਆ। ਆਉਣ ਵਾਲੇ ਸਮੇਂ ਜੇ ਸਾਨੂੰ ਸਮੱਸਿਆ ਆਈ, ਕੀ ਇਹ ਸਮਾਜ ਸਾਡੇ ਨਾਲ ਖੜੇਗਾ? ਬਿਲਕੁਲ ਬਿਲਕੁਲ, ਮੈਂ ਐਗਰੀ ਹਾਂ ਇਸ ਗੱਲ ਨਾਲ ਜੀ। ਮੇਰੇ ਪਿੰਡ ਦੇ ਵਿੱਚ ਸਾਰੇ ਬੀਐਸ ਪਾਰਟੀ ਸਾਡੀ ਪਾਰਟੀ ਆ। ਆਈ ਜੁਆਇਨ ਟੂ ਹਿਮ। ਲੇਕਿਨ ਐਸੀ ਗੱਲ ਨਹੀਂ ਕਿ ਕੋਈ ਮੁਸੀਬਤ ਪੰਜਾਬ ਵਿੱਚ ਇਸ ਵੇਲੇ ਆਵੇ, ਸਾਰੇ ਇਕੱਠੇ ਆ। ਇਹ ਨਹੀਂ ਵੀ ਕਿਸਾਨਾਂ ਦਾ ਮਸਲਾ ਆ ਜੀ, ਇਹ ਵੀ ਕੱਲ ਨੂੰ ਹਰ ਇੱਕ ਦੇ ਇਦਾਂ ਦਾ ਹੈਪਨ ਹੋਣਾ ਜੀ। ਜਿਹੜਾ ਤੁਹਾਡੇ ਉੱਥੇ ਮੰਦਿਰ ਢੱਠਾ, ਇਹ ਤਾਂ ਤੁਹਾਡਾ ਨਹੀਂ, ਤੇ ਸਾਰਿਆਂ ਦਾ ਤਕਰੀਬਨ ਹੈ। ਕੱਲ ਨੂੰ ਗੁਰਦੁਆਰੇ ਤੇ ਵੀ ਹਮਲਾ ਹੋ ਸਕਦਾ। ਇਹ ਗੱਲ ਤੁਹਾਡੀ ਸਹੀ ਹੈ। ਹੈਲੋ, ਹਾਂਜੀ ਹਾਂਜੀ, ਠੀਕ ਹੈ। ਤੇ ਸਾਨੂੰ ਇਹ ਸਬਕ ਸਿੱਖਣਾ ਚਾਹੀਦਾ ਵੀ ਇਹ ਜੋ ਹੈ ਇਸ ਵੇਲੇ ਯੂਨਾਈਟਿਡ ਦਾ ਮਤਲਬ ਇਹ ਯੂਰਪੀਅਨ ਯੂਨਾਈਟਿਡ। ਸਾਨੂੰ ਵੀ ਇਕੱਠ ਹੋਣਾ ਚਾਹੀਦਾ। ਕੋਈ ਜਾਤ ਪਾਤ ਦਾ ਰੌਲਾ ਨਹੀਂ ਗਾ ਇਹਦੇ ਵਿੱਚ। ਜਾਤ ਪਾਤ ਦਾ ਕੀ ਆ?
ਹੈਲੋ ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ ਜੀ। ਜਾਤ ਤਾਂ ਹੁੰਦੀ ਨਹੀਂ, ਇਹ ਤਾਂ ਪਤਾ ਨਹੀਂ ਹੁਣ। ਬਿਲਕੁਲ ਜੀ, ਇਹ ਤਾਂ ਮਨੁੱਖਤਾ ਦੀ ਗੱਲ ਆ ਹਨਾ, ਇਹ ਕਿਸਾਨੀ ਦੀ ਗੱਲ ਆ, ਇਹ ਭਾਈਚਾਰਕ ਸਾਂਝਾ ਆ, ਭਾਈਚਾਰੇ ਦੀ ਗੱਲ ਆ, ਪੰਜਾਬੀਅਤ ਦੀ ਗੱਲ ਆ, ਪੂਰੇ ਦੇਸ਼ ਦੀ ਗੱਲ ਆ। ਸੋ ਜਿਹੜਾ ਢਿੱਡ ਭਰਦਾ ਆ ਹਾਂਜੀ ਪੂਰੇ ਦੇਸ਼ ਦਾ, ਉਹ ਅੱਜ ਉਹਦੇ ਤੇ ਆਂਚ ਇਹ ਆ ਗਈ ਆ। ਇਹ ਹੌਲੀ ਹੌਲੀ ਟਾਰਗੇਟ ਸਾਰਿਆਂ ਨੂੰ ਕਰ ਰਹੇ ਆ। ਇਹ ਸਾਨੂੰ ਇਹ ਇਕੱਠੇ ਹੋਣ ਦੀ ਬਹੁਤ ਜ਼ਰੂਰਤ ਆ। ਤੇ ਉਹੀ ਮੈਂ ਤੁਹਾਨੂੰ ਕਹਿੰਦਾ, ਸੌਰੀ ਮੈਂ ਤੁਹਾਡੀ ਗੱਲ ਟੋਕਦਾ, ਵੀ ਇਹ ਤੋਂ ਸਾਨੂੰ ਸਬਕ ਸਿੱਖਣਾ ਚਾਹੀਦਾ। ਇੱਕਾ ਵੀ ਸਬਕ ਸਿੱਖਿਆ। ਬਿਲਕੁਲ ਜੀ ਬਿਲਕੁਲ। ਤੇ ਇਹ ਜਿਹੜਾ ਘੋਲ ਆ, ਸ਼ਾਇਦ ਤੁਸੀਂ ਦੇਖੋ ਇਹਦਾ ਵੱਡਾ ਸਭ ਤੋਂ ਨਾਰਾ ਆਪਣੇ ਸਮਰਾ ਜੀ, ਹਾਂਜੀ ਆਪਾਂ ਨਾਰਾ ਹੈਗਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਹਾਂਜੀ। ਔਰ ਇਹਦਾ ਅਸਰ ਲੋਕਾਂ ਤੋਂ ਹੈ। ਲੋਕਾਂ ਨੂੰ ਜਿਹੜੇ ਕਿਸਾਨ ਸਾਡੇ ਵੀਰ ਨੇ ਉਹਨਾਂ ਨੂੰ ਇਹ ਗੱਲ ਵੀ ਸਮਝ ਪੈ ਗਈ ਆ ਬਈ ਘੋਲ ਕੱਲਿਆਂ ਨਹੀਂ ਜਿੱਤਿਆ ਜਾਣਾ। ਜਿਹੜੇ ਅੱਧ ਹੈ ਜਿਹੜਾ ਉਹ ਅਸਲ ਦੇ ਵਿੱਚ ਮਜ਼ਦੂਰ ਤੋਂ ਬਗੈਰ ਨਹੀਂ ਚੱਲਦਾ ਕੁਝ ਵੀ। ਤੇ ਇਹ ਗੱਲ ਲੋਕਾਂ ਨੂੰ ਸਮਝ ਪਈ ਆ। ਜਿਹੜਾ ਇਹ ਘੋਲ ਨੇ ਬਹੁਤ ਸਾਨੂੰ ਸਿਖਾ ਕੇ ਜਾਣਾ ਆ, ਬਹੁਤ ਕੁਝ ਸਿਖਾ ਕੇ ਜਾਣਾ ਆ। ਇਹ ਇਕੱਲਾ ਹਾਂਜੀ ਹਾਂਜੀ ਹੈਲੋ ਹਾਂਜੀ ਹਾਂਜੀ ਬੋਲੋ ਜੀ। ਇਹ ਘੋਲ ਨੇ ਤਾਂ ਇਹ ਤਾਂ ਇੱਕ ਕਿਸਮ ਦਾ, ਜਿਸ ਤਰ੍ਹਾਂ ਕਿ ਸਿਕੰਦਰ ਨੇ ਹਿਟਲਰ ਦੇ ਤੋਂ ਸਾਨੂੰ ਸਬਕ ਸਿੱਖਣਾ ਚਾਹੀਦਾ। ਹਿਟਲਰ ਨੇ ਇਹਨਾਂ ਯੂਰਪੀਅਨ ਕੰਟਰੀਆਂ ਨੂੰ ਸਬਕ ਸਿਖਾਤਾ ਸੀ ਜੀ। ਹੈਲੋ ਹਾਂਜੀ ਹਾਂਜੀ ਆਵਾਜ਼ ਆ ਰਹੀ ਜੀ। ਹਿਟਲਰ ਨੇ ਜਰਮਨ ਦੇ ਹਿਟਲਰ ਨੇ ਇਹਨਾਂ ਲੋਕਾਂ ਨੂੰ ਸਬਕ ਸਿਖਾਤਾ ਸੀ, ਉਦੋਂ ਦੇ ਇਹ ਕਾਮਯਾਬ ਹੋ ਗਏ ਆ ਜੀ। ਸਾਨੂੰ ਵੀ ਕੋਈ ਵੀ ਪਾਰਟੀ ਆ, ਆਈ ਬਿਲੋਂਗ ਟੂ, ਅਸਲ ਵਿੱਚ ਆਈ ਬਿਲੋਂਗ ਟੂ ਕਾਂਗਰਸ। ਮੈਂ ਕਾਂਗਰਸ ਨੂੰ ਮਿਲਿਆ। ਕੈਪਟਨ ਸਾਹਿਬ ਨੇ ਕੀ ਕੀਤਾ? ਨਥਿੰਗ ਜੀ। ਬਾਦਲਾਂ ਨੇ ਕੀਤਾ, ਖਾ ਲਿਆ ਸਭ ਕੁਝ। ਜੀ ਕਿਹਨੇ ਕੀਤਾ? ਹੈਲੋ ਇਹੀ ਸਮਝਣਾ ਸੀ ਜੀ ਬਸ। ਇਹ ਕੋਈ ਨਵੀਂ ਗੱਲ ਉੱਠੇਗੀ ਹੁਣ ਨੌਜਵਾਨਾਂ ਦੇ ਵਿੱਚ ਤਾਂ ਕਿ ਇੱਕ ਮਿੰਟ ਮਾਫ ਕਰਨਾ, ਜਿਹੜੀਆਂ ਆਪਣੀਆਂ ਇੱਥੇ ਚੈਨਲ ਆ ਇਹਨਾਂ ਨੇ ਠਾਣਾ ਇੱਥੋਂ ਐਟ ਲੀਸਟ 5 ਤਕਰੀਬਨ 10 ਕਰੋੜ ਰੁਪਈਆ ਜਾ ਚੁੱਕਾ ਜੀ। ਅਸੀਂ ਵੀ ਪਿੰਡ ਚੋਂ ਟਰਾਲੀਆਂ ਭੇਜੀਆਂ। ਮੈਂ ਆ ਗਿਆ ਸੀ 27 ਤਰੀਕ ਨੂੰ ਇੱਥੋਂ ਆਇਆ। ਅਸੀਂ ਪਿੰਡ ਚੋਂ ਟਰਾਲੀਆਂ ਭੇਜੀਆਂ, ਅਸੀਂ ਪੈਸੇ ਭੇਜੇ ਆ, ਪਿੰਡ ਸਾਡਾ ਇਕੱਠਾ ਕਰਕੇ ਪੈਸੇ ਲੈ ਕੇ ਗਿਆ। ਠੀਕ ਹੈ ਜੀ ਸਮਰਾ ਜੀ, ਬਹੁਤ ਮਿਹਰਬਾਨੀ। ਟਾਈਮ ਬਹੁਤ ਥੋੜਾ ਆ, ਮੈਨੇਜਮੈਂਟ ਨੂੰ ਕਹਾਂਗੇ ਕਿ ਟਾਈਮ ਸਾਡਾ ਵਧਾ ਦਿਓ। ਟਾਈਮ ਬਹੁਤ ਥੋੜਾ ਆ, ਗਾਹਾਂ ਜਾ ਕੇ ਨਾ ਆਉਣ ਵਾਲੇ ਸਮੇਂ 'ਚ। ਇੱਕ ਗੱਲ ਥੈਂਕ ਯੂ ਸਰ ਜੀ। ਜਾਲ ਸਾਹਿਬ ਜਿਹੜੀ ਹੈਲੋ ਹਾਂਜੀ ਸਮਰਾ ਜੀ ਬਹੁਤ ਮਿਹਰਬਾਨੀ। ਪਿਆਰੇ ਦਰਸ਼ਕੋ, ਸਮਰਾ ਜੀ ਹੁਣੀ ਬਹੁਤ ਵਧੀਆ ਗੱਲ ਕੀਤੀ ਆ ਔਰ ਏਕੇ ਦੀ ਗੱਲ ਕੀਤੀ ਆ। ਮੈਂ ਹਮੇਸ਼ਾ ਇਹ ਕਹੂੰਗਾ ਕਿ ਜਿਹੜਾ ਸਾਡਾ ਸਮਾਜ ਆ ਜਿਹਨੂੰ ਹਮੇਸ਼ਾ ਪਿੱਛੇ ਰੱਖਿਆ ਗਿਆ, ਇਹਨੇ ਸ਼ੁਰੂ ਤੋਂ ਲੈ ਕੇ ਏਕੇ ਦੀ ਗੱਲ ਕੀਤੀ ਆ। ਇਹਨੂੰ ਨਹੀਂ ਲਾਗੇ ਲੱਗਣ ਦਿੱਤਾ ਗਿਆ ਤਾਂ ਆਉਣ ਵਾਲੇ ਜਿਹੜੇ ਆਪਣੀਆਂ ਕਾਸਟਾਂ ਨੂੰ, ਉੱਚੀਆਂ ਜਾਤਾਂ ਨੂੰ ਲੈ ਕੇ ਬੈਠੇ, ਉਹਨਾਂ ਨੇ ਜੇ ਇਤਿਹਾਸ ਤੇ ਨਿਗਾਹ ਮਾਰੀਏ ਤਾਂ ਬੰਦਾ ਸਿੰਘ ਬਹਾਦਰ ਔਰ ਅਕਾਲੀ ਫੂਲਾ ਸਿੰਘ ਜਾਂ ਹਰੀ ਸਿੰਘ ਨਲੂਆ ਜਾਂ ਕਲਗੀਤ ਲਿਆਉਣ ਵਾਲੇ ਜਾਂ ਗੁਰੂ ਜੀ ਦਾ ਸੀਸ ਲਿਆਉਣ ਵਾਲੇ, ਮੈਂ ਕਿੰਨੇ ਨਾਂ ਗਿਣਾ ਦਿਆਂ। ਜੇਕਰ ਜਦੋਂ ਮੱਸਾ ਰੰਗੜ ਦਾ ਸਿਰ ਲਿਆਂਦਾ ਉਹ ਵੀ ਮਜ਼੍ਹਬੀਆਂ 'ਚੋਂ, ਮੈਂ ਕਿੰਨੇ ਨਾਂ ਗਿਣਾ ਸਕਦਾ ਤੁਹਾਨੂੰ ਕਿ ਕਿੰਨਾ ਸਾਥ ਦਿੱਤਾ ਸੀ। ਲੇਕਿਨ ਜਦੋਂ ਸਾਡੀ ਵਾਰੀ ਆਉਂਦੀ ਆ ਪਿੱਛੇ ਹੋ ਜਾਂਦੇ ਆ। ਇਹ ਗੱਲ ਦੀ ਇਸ ਗੱਲ ਦਾ ਹਮੇਸ਼ਾ ਦੁੱਖ ਰਹੂਗਾ ਜੀ। ਜੈ ਗੁਰਦੇਵ ਜੈ ਭੀਮ ਜੀ। ਹੈਲੋ ਹਾਂਜੀ ਹਾਂਜੀ ਆਪਣੇ ਟੁਕੜੇ ਗੈਂਗ ਦਾ ਵੈਸੇ ਜਿਹੜੀ ਸੁਖਵੀਰ ਨੇ ਗੱਲ ਕੀਤੀ ਆ ਉਹ ਬਿਲਕੁਲ ਉਹਨੇ ਸਹੀ ਗੱਲ ਕੀਤੀ ਆ। ਅਸਲ ਦੇ ਵਿੱਚ ਘਰ ਦਾ ਭੇਤੀ ਲੰਕਾ ਢਾਏ, ਉਹ ਜਿਹੜਾ ਉਹਨਾਂ ਦੇ ਵਿੱਚ ਭਾਜਪਾ ਦੇ ਵਿੱਚ ਬੈਠਦਾ ਆਇਆ ਉਸ ਨੇ ਉਸ ਐਕਸਪੀਰੀਅੰਸ ਤੋਂ ਗੱਲ ਕੀਤੀ ਆ। ਪਰ ਇਹ ਗੱਲ ਸੱਚਾਈ ਆ ਕਿਉਂਕਿ ਇਹ ਜਿਹੜੀ ਭਾਜਪਾ ਮੁੜ ਕੇ ਮੁਲਕ ਨੂੰ ਧਰਮਾਂ ਦੇ ਨਾਂ ਦੇ ਉੱਤੇ ਹਿੰਦੂ ਮੁਸਲਿਮ ਸਿੱਖ ਦੇ ਨਾਂ 'ਤੇ ਲੜਾਈਆਂ ਕਰਵਾਉਂਦੀ ਆ ਜਾਂ ਜਾਤਾਂ ਪਾਤਾਂ ਮੁੜ ਕੇ ਨੇ ਲੈ ਕੇ ਆਉਂਦੀਆਂ ਇਸ ਕੌਮ ਨੇ। ਤੇ ਅਸਲੀ ਵਿੱਚ ਟੁਕੜੇ ਗੈਂਗ ਤਾਂ ਭਾਜਪਾ ਆ, ਨਾ ਕਿ ਇਹਨਾਂ ਲੋਕਾਂ ਨੂੰ, ਇਹ ਆਮ ਲੋਕਾਂ ਨੂੰ ਭਾਜਪਾ ਕਹਿੰਦੇ ਨੇ। ਟੋਟੇ ਕਰਨਾ ਇਹ ਅਸਲ ਲੱਗੇ ਹੋਏ ਆ। ਬਾਦਲ ਨੇ ਇਹ ਕਿਹਾ ਕਿ ਮੁਲਕ ਦੇ ਟੁਕੜੇ ਕਰਨਾ ਚਾਹੁੰਦੀ ਟੁਕੜੇ ਗੈਂਗ। ਹੁਣ ਇਹਨੂੰ ਅੱਜ ਸਮਝ ਆਈ ਆ ਜੀ। ਜੈ ਗੁਰਦੇਵ ਜੈ ਭੀਮ। ਇੱਕ ਕਾਲ ਆ ਰਹੀ ਸੀ। ਹੈਲੋ ਹਾਂਜੀ ਜੈ ਗੁਰਦੇਵ ਜੈ ਭੀਮ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਚਹਿਲ ਸਾਹਿਬ, ਆਪਣੇ ਸੁਰਜੀਤ ਢੇਸੀ ਬੋਲਦਾ ਸੀ। ਚਹਿਲ ਸਾਹਿਬ ਹਾਂਜੀ ਢੇਸੀ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ? ਠੀਕ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਬਸ ਹਾਂਜੀ ਚਹਿਲ ਸਾਹਿਬ, ਆਪਾਂ ਵੀ ਆਪਣਾ ਪ੍ਰੋਗਰਾਮ ਜਿਹੜਾ ਦੇਖ ਰਹੇ ਆ, ਹਰੇਕ ਵੀਕ ਹੀ ਮੈਂ ਦੇਖ ਰਿਹਾ ਪ੍ਰੋਗਰਾਮ। ਆਪਣਾ ਪ੍ਰੋਗਰਾਮ ਬਹੁਤ ਵਧੀਆ ਚੱਲਦਾ ਜੀ, ਮਿਹਰਬਾਨੀ। ਤੇ ਬਾਕੀ ਆਪਾਂ ਇਹੀ ਗੱਲ ਕਰਨੀ ਸੀ, ਜਿਹੜੀ ਅੱਜ ਕੱਲ ਮੇਨ ਗੱਲ ਤਾਂ ਅੱਜ ਕੱਲ ਮੁੱਦਾ ਸਾਰਾ ਕਿਸਾਨੀ ਦਾ ਚੱਲ ਰਿਹਾ ਜੀ।
ਤੇ ਬਾਕੀ ਮੇਨ ਗੱਲ ਇਹ ਵੀ ਆਪਣੇ ਬੜੇ ਭੈਣ ਭਰਾ ਸਾਰੇ ਸਾਥ ਦੇ ਰਹੇ ਆ, ਸਾਰੇ ਇੱਕ ਹੋ ਕੇ ਚੱਲਦੇ ਆ। ਤੇ ਅੱਗੇ ਵੀ ਅਸੀਂ ਇਹ ਗੱਲ ਚਾਹਾਂਗੇ ਵੀ ਆਪਾਂ ਸਾਰੇ ਪੰਜਾਬ ਦੇ ਵਿੱਚ ਹਾਂਜੀ ਸਾਰੇ ਇਕੱਠੇ ਹੋ ਕੇ ਆਪਾਂ ਚੱਲੀਏ। ਬਿਲਕੁਲ ਤੇ ਬਾਕੀ ਮੈਂ ਵੀ ਤੁਹਾਡੀ ਗੱਲ ਸੁਣਦਾ ਆ। ਬਸ ਮੈਂ ਇੱਕ ਹੋਰ ਕਹਿਣੀ ਚਾਹੁੰਦਾ ਸੀ ਜੀ ਬਈ ਜਿਹੜੇ ਆਪਣੇ ਇੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਆ, ਕੈਨੇਡਾ, ਇੰਗਲੈਂਡ ਜਾਂ ਜਿੱਥੇ ਵੀ ਆ, ਜਦੋਂ ਆਪਾਂ ਕੋਈ ਵੀ ਗੱਲ ਕਰਦੇ ਆ ਯਾਨੀ ਕਿ ਜੀ ਇਸ ਟਾਈਮ ਆਪਾਂ ਨੂੰ ਮਸਲਾ ਜਿਹੜਾ ਚੱਲ ਰਿਹਾ ਇਸ ਵੇਲੇ ਮੇਨ ਕਿਸਾਨੀ ਦਾ, ਸਾਰਿਆਂ ਨੂੰ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ ਜੀ। ਤੇ ਕਈ ਸਾਡੇ ਵੀਰ ਇਦਾਂ ਦੇ ਵੀ ਬੈਠੇ ਆ ਇੱਥੇ, ਜਿੱਦਾਂ ਕਹਿੰਦੇ ਹੁੰਦੇ ਆ ਵੀ ਚੱਲੇ ਆਪਾਂ ਕਿਤੇ ਨੂੰ ਆ ਤੇ ਰਾਮ ਰਾਮ ਤੇ ਕਿਤੇ ਹੋਰ, ਵੀ ਇਹ ਵਿੱਚ ਕਈ ਵਾਰੀ ਖਾਲਿਸਤਾਨ ਦਾ ਵਿੱਚ ਆਪਣਾ ਰੌਲਾ ਪਾਉਣ ਲੱਗ ਪੈਂਦੇ ਜਿੱਦਾਂ ਜੀ ਜੀ। ਪਰ ਮੈਂ ਇਹ ਗੱਲ ਕਹਿਣਾ ਕਿ ਚਲੋ ਖਾਲਿਸਤਾਨ ਦੀ ਵੀ ਗੱਲ ਕਰਦੇ ਆ, ਚਲੋ ਅਸੀਂ ਇਹਨੂੰ ਰੋਕ ਨਹੀਂ ਸਕਦੇ, ਨਹੀਂ ਜੀ, ਕਿਸੇ ਦਾ ਆਪਣਾ ਵਿਊ ਆ, ਕੋਈ ਵੀ ਦੇ ਸਕਦਾ। ਹਾਂਜੀ, ਪਰ ਉਹ ਜਦੋਂ ਟਾਈਮ ਆਊਗਾ ਫਿਰ ਉਸ ਟਾਈਮ ਦੇ ਨਾਲ ਆਪਾਂ ਕਦੇ ਉਹ ਗੱਲ ਕਰੀਏ। ਪਰ ਇਸ ਟਾਈਮ ਤਾਂ ਜੇ ਅਸੀਂ ਇਹ ਚੀਜ਼ਾਂ ਜੇ ਅਸੀਂ ਇਹ ਗੱਲਾਂ ਕਰਦੇ ਆ ਇਸ ਟਾਈਮ, ਤਾਂ ਇੰਡੀਆ ਦੇ ਵਿੱਚ ਜਿਹੜੀਆਂ ਸਰਕਾਰਾਂ ਬੈਠੀਆਂ ਆ ਆਪਾਂ ਉਹਨਾਂ ਨੂੰ ਵੀ ਟਾਈਮ ਦਿੰਨੇ ਆ ਕਿ ਬਾਹਰਲੇ ਦੇਸ਼ ਦੇ ਵਿੱਚ ਲੋਕ ਜਿਹੜੇ ਆ ਤੁਹਾਡੇ ਨਾਲ ਸਾਨੂੰ ਤਾਂ ਹੀ ਸਭ ਇੱਕ ਗੱਲ ਐਡ ਕਰਨੀ ਚਾਹੁੰਦਾ ਤੁਹਾਡੀ, ਖਾਲਿਸਤਾਨੀ ਆ ਹਨਾ, ਤੁਹਾਡੀ ਇੱਕ ਗੱਲ ਮੈਂ ਐਡ ਕਰਨੀ ਚਾਹੁੰਦਾ ਬਈ ਜਿਹੜੇ ਵੀ ਲੋਕ ਸਰੋਤੇ ਸੁਣਦੇ ਆ ਉਹ ਇਹ ਨਾ ਸਮਝ ਲਿਆ ਕਰਨ ਕਿ ਜੇਕਰ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਕੋਈ ਇਹੋ ਜਿਹੀ ਲਹਿਰ ਜੁੜਦੀ ਤਾਂ ਉਹ ਖਾਲਿਸਤਾਨ ਦੀ ਲਹਿਰ ਹੁੰਦੀ ਆ। ਖਾਲਿਸਤਾਨ ਦੀ ਬਿਲਕੁਲ ਕੋਈ ਮੰਗ ਨਹੀਂ, ਨਾ ਅਸੀਂ ਖਾਲਿਸਤਾਨ ਦੇ ਪੱਖ ਦੇ ਵਿੱਚ ਆ ਜੀ। ਮੈਂ ਬਿਲਕੁਲ ਮੈਂ ਇਹੀ ਕਹਿ ਰਿਹਾ ਕਿ ਜਦੋਂ ਇਹ ਕਦੋਂ ਕੋਈ ਟਾਈਮ ਹੋਊਗਾ ਨਾ ਵੀ ਇਹ ਕਈ ਬੰਦੇ ਆ ਆਪਾਂ ਨੂੰ ਕਹਿੰਦੇ ਹੁੰਦੇ ਟਾਈਮ ਵਿਚਾਰੇ ਬੰਦਾ ਹੋਵੇ ਜੀ। ਆਪਾਂ ਜਿਹੜੀ ਗੱਲ ਕਰਦੇ ਆ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਜੀ, ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਦੇ ਮੋਹਰੇ ਗਏ, ਉੱਥੇ ਕਿਸਾਨੀ ਮੁੱਦੇ ਦਾ ਇੱਕ ਵੀ ਝੰਡਾ ਨਹੀਂ ਲਾਇਆ ਤੇ ਸਾਡੇ ਵੀਰ ਆ ਕੇ ਖਾਲਿਸਤਾਨ ਜਿੰਦਾਬਾਦ ਤੇ ਖਾਲਿਸਤਾਨ ਦੇ ਝੰਡੇ ਲਾ ਕੇ, ਮੈਂ ਉਦੋਂ ਵੀ ਕਿਹਾ ਸੀ ਕਿ ਜਿਹੜਾ ਮੈਸੇਜ ਆ ਇੰਡੀਆ ਦੇ ਵਿੱਚ ਮੈਸੇਜ ਸਹੀ ਨਹੀਂ ਜਾ ਰਿਹਾ, ਸਾਰੀ ਦੁਨੀਆ ਦੇਖਦੀ ਆ ਇਹ ਸਾਡਾ ਮੈਸੇਜ ਉੱਥੇ ਉਹ ਸਰਕਾਰਾਂ ਦਾ ਚਾਹੁੰਦੀਆਂ ਬਿਲਕੁਲ ਵੀ ਕੋਈ ਨਾ ਕੋਈ ਇਦਾਂ ਦੇ ਤੁਸੀਂ ਚੰਗਿਆੜੀ ਛੱਡੋ ਤਾਂ ਅਸੀਂ ਉਹਨੂੰ ਕੈਸ਼ ਕਰੀਏ। ਤੇ ਹਾਂਜੀ ਉਹ ਸਰਕਾਰਾਂ ਕਹਿੰਦੀਆਂ ਦੇਖੋ ਬਾਹਰ ਬੈਠੇ ਤੁਹਾਡੇ ਲੋਕ ਤਾਂ ਤੁਹਾਡੇ ਭੈਣ ਭਰਾ ਉਹ ਤਾਂ ਖਾਲਿਸਤਾਨ ਦੀਆਂ ਗੱਲਾਂ ਕਰਦੇ ਆ, ਆਹ ਕਰਦੇ ਜੇ ਕਰਦੇ, ਕਿ ਸਾਨੂੰ ਇਹਨਾਂ ਚੀਜ਼ਾਂ ਤੋਂ ਇਸ ਟਾਈਮ ਗਰੇਜ ਕਰਨਾ ਚਾਹੀਦਾ। ਬਿਲਕੁਲ ਜੀ, ਇਸ ਵੇਲੇ ਮਸਲਾ ਇਹ ਹੈ ਕਿਤੇ ਭੜਕਾ ਕੇ ਨਾ ਬਹਿ ਜਾਈਏ ਹੋਰ ਪਾਸੇ ਨੂੰ ਨਾ ਗੇਮ ਚਲੀ ਜਾਏ ਔਰ ਪੂਰੇ ਵਰਲਡ ਦੀ ਨਿਗਾਹ ਇਸ ਮੈਂ ਬਿਲਕੁਲ ਮੈਂ ਇੱਕ ਦਿਨ ਇੱਥੇ ਪਹਿਲਾਂ ਵੀ ਇੱਕ ਵਾਰੀ ਇੱਕ ਟਾਈਮ ਤੇ ਗੱਲ ਕੀਤੀ, ਮੈਂ ਕਿਹਾ ਵੀ ਉਹ ਤਾਂ ਹੁਣ ਤਾਂ ਇਹ ਗੱਲ ਹੋ ਗਈ ਵੀ ਕਈ ਵਾਰੀ ਵੀ ਹਾਂਜੀ ਜੀ ਮਿਹਰਬਾਨੀ ਜੀ, ਥੈਂਕ ਯੂ ਜੀ। ਕੱਟੀ ਗਈ ਗੱਲ। ਹੈਲੋ, ਥੈਂਕ ਯੂ ਟੇਸਟ ਸਾਹਿਬ, ਬਹੁਤ ਮਿਹਰਬਾਨੀ ਟੇਸਟ ਸਾਹਿਬ, ਸਾਡੇ ਬੜੇ ਪਿਆਰੇ ਨੇ, ਬਹੁਤ ਵਾਰੀ ਕਈ ਸਮਾਂ ਸਾਡੇ ਨਾਲ ਗਏ ਨੇ। ਟੁਕੜੇ ਟੁਕੜੇ ਗੈਂਗ ਨੂੰ ਬਾਦਲ ਦੱਸਣ ਵਾਲਾ ਤੇ ਨਾਲ ਹੀ ਉਹਨਾਂ ਦੀ ਘਰਵਾਲੀ ਦਾ ਬਿਆਨ ਆ ਵੀ ਜਿਹੜਾ ਇਹ ਤਿੰਨੇ ਹੀ ਮਸਲੇ ਆ, ਜਿਹੜੇ ਤਿੰਨੇ ਖੇਤੀ ਕਾਨੂੰਨ ਆ, ਇਹਨਾਂ ਨੂੰ ਰੱਦ ਕੀਤਾ ਜਾਏ। ਤੇ ਜਦੋਂ ਬਣੇ ਸੀ ਬਣਾਉਣ ਦੇ ਵਿੱਚ ਨਾਲ ਬੈਠੀ ਹੋਈ ਸੀ ਔਰ ਕਿੱਦਾਂ ਇਹ ਬਦਲਦੇ ਆ, ਲੋਕਾਂ ਨੂੰ ਵੋਟ ਪਾਉਣ ਵੇਲੇ ਥੋੜੀ ਬਹੁਤੀ ਸੰਗ ਰੱਖਣੀ ਚਾਹੀਦੀ ਆ ਜੀ। ਜੈ ਗੁਰਦੇਵ, ਜੈ ਭੀਮ ਜੀ। ਜੈ ਗੁਰਦੇਵ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਕਿਤੇ ਪ੍ਰੋਗਰਾਮ ਤੁਹਾਡਾ ਵਧੀਆ ਚੱਲਣ ਡਿਆ, ਟੌਪਿਕ ਮੈਂ ਕਿਹਾ ਵਧੀਆ। ਜਿਹੜਾ ਆਪਾਂ ਗੱਲਾਂ ਬਾਤਾਂ ਕਰਦੇ ਜੋ ਵੀ ਚਲੋ ਵੋਟ ਆਪਣੇ ਲੋਕੀ ਇੱਥੋਂ ਕਰ ਰਹੇ ਸਾਰੇ, ਬਹੁਤ ਵਧੀਆ ਗੱਲ ਆ। ਇੱਕ ਹੋਣਾ ਚਾਹੀਦਾ ਆ, ਵਧੀਆ, ਸ਼ੁਕਰ ਆ ਰੱਬ ਦਾ, ਤਾਂ ਵੀ ਲੋਕੀ ਇਕੱਠੇ ਹੋ ਗਏ ਜੀ। ਬਹੁਤ ਮਿਹਰਬਾਨੀ। ਹਾਂਜੀ ਬਿਲਕੁਲ। ਹਾਂਜੀ, ਉਹ ਪਤਾ ਕੀ ਚੱਕਰ ਆ ਭਾਜੀ, ਜਿੱਦਾਂ ਹੁਣ ਆਪਾਂ ਜਾਤਵਾਦ ਦੀ ਗੱਲ ਕਰਦੇ ਨਾ, ਉਹ ਇੱਕ ਫਿਲਮ ਹਿੰਦੀ ਵਿੱਚ ਆ, ਉਹਦੇ ਵਿੱਚ ਦੱਸਦੇ ਉਹ ਕਸ਼ਮੀਰ ਤੇ ਬਣਾਈ ਉਹਨੇ, ਉਹ ਕਹਿੰਦੇ ਕਹਿੰਦਾ ਫੌਜੀ ਰਾਫਟ ਤੇ ਕਹਿੰਦਾ ਯਾਰ ਮਸਲਾ ਹੱਲ ਨਹੀਂ ਹੁੰਦਾ, ਕਹਿੰਦਾ ਪਾਕਿਸਤਾਨ ਵੱਲੋਂ ਇੱਦਾਂ, ਉਹ ਕਹਿੰਦਾ ਜਿਹੜੇ ਕਹਿੰਦਾ ਚੀਜ਼ ਦੇ ਵਿੱਚ ਕਹਿੰਦਾ ਲੱਖਾਂ ਕਰੋੜਾਂ ਅਰਬਾਂ ਰੁਪਈਆ ਕਹਿੰਦਾ ਮਿਲਦਾ ਹੋਵੇ ਤਾਂ ਮਸਲਾ ਹੱਲ ਕਰਕੇ ਕਹਿੰਦਾ ਗੌਰਮੈਂਟ ਨੇ ਕੀ ਲੈਣਾ, ਇੰਨੇ ਕਹਿੰਦਾ ਚੁੱਲ੍ਹੇ ਚੱਲਦੇ ਆ ਕਸ਼ਮੀਰ ਦੇ ਵਿੱਚ, ਸਾਰਾ ਕੁਛ ਲਾ ਲਓ। ਉਹ ਹਿਸਾਬ ਜਾਤਵਾਦੀ ਦਾ ਇਹਨੀ ਇਕੱਠੇ ਥੋੜ੍ਹਾ ਹੁੰਦੇ ਨੇ, ਵੋਟਾਂ ਕਰਕੇ ਰੋਟੀ ਕਿੱਥੋਂ ਖਾਣੀ ਨੇ, ਲੋਕਾਂ ਨੂੰ ਪਾੜ ਕੇ ਰੱਖਣਾ, ਲੋਕਾਂ ਨੂੰ ਹਿੱਲਣ ਨਹੀਂ ਦੇਣਾ, ਉਹਨੂੰ ਕਹਿਣਾ ਤੂੰ ਉੱਚਾ ਮੈਂ ਨਹੀਂ ਹਾਂ, ਸਾਰੇ ਲੋਕਾਂ ਦੇ ਅੱਧੇ ਤੋਂ ਜ਼ਿਆਦਾ ਅਨਪੜ੍ਹ ਆ। ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ, ਥੈਂਕ ਯੂ ਸਰ ਜੀ। ਬਿਲਕੁਲ ਇੱਕ ਚੀਜ਼ ਚਾਹਲ ਜੀ ਮੈਂ ਕਰਨੀ ਚਾਹੁੰਦਾ ਕਲੀਅਰ, ਜਾਤ ਪਾਤ ਤੇ ਗੱਲ ਹੁੰਦੀ ਆ ਹਮੇਸ਼ਾ ਹੀ, ਜਾਤ ਪਾਤ ਤੇ। ਇੱਕ ਸੈਕਿੰਡ, ਹਾਂ ਮੈਂ ਇੱਕ ਮੈਨੂੰ ਗੱਲ ਚੇਤੇ ਆਉਂਦੀ ਆ, ਜਿਸ ਤਰ੍ਹਾਂ ਅਕਾਲੀ ਦਲ ਜਾਂ ਕਾਂਗਰਸ ਵਾਲੇ ਗੱਲਾਂ ਕਰ ਰਹੇ ਨੇ ਆਪਣੀ 2020 ਨਹੀਂ ਅਸੀਂ ਇੱਧਰ ਨਹੀਂ ਜਾਣਾ। ਆਪਣਾ ਸਵਾਲ ਆ ਵੀ ਜਿਹੜੇ ਬਿੱਲ ਕਹਿੰਦੇ ਮਾਫ ਕਰੋ ਹਰਸਿਮਰਨਜੀਤ ਕੌਰ ਬਾਦਲ, ਹਾਂ ਇਹ ਤੇ ਆਓ ਉਹ ਅਸਲ ਦੇ ਵਿੱਚ ਉਹਨੇ ਜਿਹੜੀ ਉਹ ਗੱਲ ਕੀਤੀ ਆ ਵੀ ਦੇਖੋ ਇਹ ਬਿੱਲ ਮਾਫ ਹੋਣੇ ਨੇ ਜੀ, ਤੇ ਲੋਕਾਂ ਨੇ ਉਦੋਂ ਹੀ ਮੁੜਨਾ ਆ। ਤੇ ਇਹ ਜਿਹੜੀ ਉਹਨਾਂ ਨੇ ਇੱਕ ਬਿੱਲ ਇਹ ਵੀ ਗੱਲ ਕੀਤੀ ਸੀਗੀ ਸਿਮਰਨਜੀਤ, ਤੁਹਾਡੀ ਗੱਲ ਵੀ ਸਹੀ ਆ ਕਿ ਅਸਲ ਦੇ ਵਿੱਚ ਸੈਂਟਰ ਗੌਰਮੈਂਟ ਦਾ ਪੰਜਾਬ ਦੇ ਜਿਹੜਾ ਉਹਨਾਂ ਕੀਤਾ ਬਿੱਲ ਪਾਸ ਕੀਤੇ ਨੇ ਐਗਰੀਕਲਚਰ ਦੇ,
ਇਹ ਸਟੇਟਸ ਕੋਲ ਰਾਈਟਸ ਨੇ ਇਹ ਜਿਹੜੀਆਂ ਉਹਨਾਂ ਨੇ ਪਹਿਲਾਂ ਜਿਹੜੇ ਸੰਵਿਧਾਨ ਦੇ ਮੁਤਾਬਕ ਨਹੀਂ ਤੇ ਬਿਲਕੁਲ ਸਟੇਟ ਕੋਲ ਰਾਈਟ ਆ। ਜਦੋਂ ਉਹਨੂੰ ਕਿਹਾ ਵੀ ਇੱਕ ਦਿਨ ਦਾ ਸੱਦੋ ਤੇ ਇਹਨੂੰ ਰੱਦ ਕਰੋ। ਮੈਂ ਗੱਲ ਕਰ ਰਿਹਾ ਵੀ ਇਹਨੂੰ ਕੋਲ ਤਾਂ ਪਹਿਲਾਂ ਤਾਂ ਇਹ ਸੀ ਬੈਠੀ ਹੋਈ ਵਿੱਚ ਸਰਕਾਰ ਦੇ। ਹੁਣ ਤੱਕ ਜਿੱਦਾਂ ਕੀ ਹੋਣਾ ਹੈ ਪਾਰਲੀਮੈਂਟ ਦੇ ਵਿੱਚ, ਜੇਕਰ ਉਹ ਡਿਸਕਸ਼ਨ ਤਾਂ ਉੱਤੇ ਪਹਿਲਾਂ ਹੋ ਚੁੱਕੀ ਹੈ, ਬਿੱਲ ਤਾਂ ਪਾਸ ਹੋ ਚੁੱਕੇ, ਉਹ ਤਾਂ ਐਕਟ ਬਣ ਚੁੱਕੇ ਆ। ਉਹ ਤਾਂ ਪਾਸ ਕਰਵਾ ਹੀ ਆਪ ਪਾਸ ਕਰਵਾਉਣੇ ਦੇ ਪਿੱਛੇ ਹੀ ਜੈ ਗੁਰਦੇਵ ਤੇ ਬੜੀ ਹੈਰਾਨੀ ਦੀ ਗੱਲ ਹੈ ਵੀ ਆਪ ਹੀ ਪਾਸ ਕਰਾ ਕੇ ਤੇ ਆਪ ਹੀ ਰੱਦ ਕਰਾਓ ਜੀ। ਜੈ ਗੁਰਦੇਵ, ਜੈ ਭੀਮ ਜੀ। ਹੈਲੋ, ਸਾਡੇ ਕੋਲ 2 ਮਿੰਟ ਆ ਜੀ। ਹੈਲੋ, ਹਾਂਜੀ, ਹੈਲੋ ਜੀ। ਹੈਲੋ ਚਾਹਲ ਸਾਹਿਬ ਜੀ, ਮੈਂ ਹਰਬੰਸ ਬਾਲੀ ਬੋਲਦਾ ਜੀ ਲੰਡਨ ਤੋਂ। ਹਾਂਜੀ ਬਾਲੀ ਸਾਹਿਬ, 2 ਮਿੰਟ ਆ ਸਾਡੇ ਕੋਲ। 2 मिनट है तो फिर इस तरह करते हैं, मुझे 2 मिनट 1.5 मिनट दे दीजिए, मैं अपनी बात रख देता हूँ, बाद में आप जवाब फिर अगले प्रोग्राम दे देना। जी जी बाली जी, माफ करना मैं हिंदी में बोलूंगा। अपने कम्युनिटी के बारे में, बुजुर्गों के बारे में सम अप करके के बाद मरने के 2 गज जमीन मिली कब्र के लिए, बाद मरने के 2 गज जमीन मिली कब्र के लिए, तो दिल खुश हुआ कि मैं भी जमींदार बन गया। वेरी गुड, क्या बात है। तो आगे है कि किसानों को जमीन दिला दी बंदा सिंह बहादुर ने, मगर मेरे बुजुर्ग भी तो खेती में ही काम करते थे, मजदूर थे उनके, उनको तो कुछ नहीं दिया उनके नामे। और सिख धर्म को बचाने वाले कौन थे? हम ही। आगे होकर श्री गुरु गोविंद सिंह जी के साथ बड़े बड़े बलिदान दिए, मगर सिख राज में भी हमारी कम्युनिटी के नाम पर कोई जमीन नहीं हुई। रजतनामे रहते थे, जरा रजतनामे। तो इसलिए मैं जल्दी कर दूं, मुझे तो कंफ्यूजन है कि मैं जमींदारों की तरफदारी करूं या कि किधर जाऊं। और यहाँ की बात है, कास्ट बिल बनवाया हमने किस तरह से, बहुत जद्दोजहद के पश्चात लंदन में, और हमारे इस बिल को इम्प्लीमेंट किसने नहीं होने दिया। ये जो हमारी आजकल मांग रहे हैं सपोर्ट, जमींदारों ने टेलीविजन पे प्रोग्राम हुआ 6 चैनल पे 1 घंटा के, इसको इम्प्लीमेंट मत होने दो। तो मैं अब आखिर में ये कहना चाहूंगा अपनी कम्युनिटी के बारे में कि है अगर के शहर में अपनी सनाशाई बहुत, फिर भी रहता है हमें एहसास से तन्हाई बहुत। अब आप सोचिए, जो मैंने कहना था कह दिया जी। ਤੁਸੀਂ ਬਿਲਕੁਲ 1.5 ਮਿੰਟ ਚ ਗੱਲ ਨਿਬੜੀ, ਬਹੁਤ ਮਿਹਰਬਾਨੀ ਜੀ। ਪਿਆਰੇ ਦਰਸ਼ਕੋ, ਸਾਡੇ ਕੋਲ ਟਾਈਮ ਨਹੀਂ ਹੈਗਾ ਹੁਣ ਕੋਈ ਵੀ ਕਾਲ ਲੈਣ ਦਾ। ਗੱਲ ਕਰ ਰਹੇ ਸੀਗੇ ਸਾਰੇ, ਤਕਰੀਬਨ ਸਾਰੇ ਸਵਾਲ ਵੀ ਮੁੱਕ ਗਏ ਆ ਸਾਡੇ ਕੋਲ। ਅਸੀਂ ਸ਼ਬਦਾਂ ਦੀ ਹੇਰ ਫੇਰ ਕਰਦੇ ਹੁੰਦੇ ਆ। 3 ਸ਼ਬਦ ਆ ਸਾਡੇ ਕੋਲ, ਦੱਸਣਾ ਚਾਹੀਦਾ ਸੀਗਾ ਜਿਹੜਾ ਬਾਲੀ ਸਾਹਿਬ ਸਾਡੇ ਲੰਡਨ ਤੋਂ ਨੇ। ਬਾਲੀ ਹੁਣਾਂ ਨੇ ਉਹਨਾਂ ਨੂੰ ਸਹਿਮਤ ਹੋਣਾ ਸਾਡਾ ਬਿਲਕੁਲ ਸਹਿਮਤ ਹੋ, ਸਾਡੇ ਨਹੀਂ ਸਹਿਮਤ ਨਹੀਂ ਹੈ ਜਾਂ ਹੋਣਾ ਜਾਂ ਨਾ ਹੋਣਾ ਉਹਨਾਂ ਦੀ ਆਪਣੀ ਰਾਏ ਹੈ। ਕਾਂਚੀ ਟੀਵੀ ਨੂੰ ਚਲਾਉਣ ਦੇ ਵਿੱਚ ਪਹਿਲੇ ਪ੍ਰੈਜੈਂਟਰਾਂ ਤੋਂ ਲੰਡਨ ਤੋਂ ਸੀ। ਉਹ ਬਹੁਤ ਅੱਛੇ ਇਨਸਾਨ ਹੈ, ਬੜਾ ਵਧੀਆ ਪ੍ਰੋਗਰਾਮ ਕਰਦੇ ਸੀ ਜੀ। ਅੱਜ ਅਸੀਂ 3 ਸ਼ਬਦ ਕਰਾਂਗੇ ਤੁਹਾਡੇ ਨਾਲ ਡਿਸਕਸ, ਸ਼ਬਦਾਂ ਦਾ ਹੇਰ ਫੇਰ ਕਿਵੇਂ ਸ਼ਬਦ ਬਦਲਦੇ ਨੇ। ਉਸ ਤੋਂ ਬਾਅਦ ਜੇ ਬੈ ਟਾਈਮ ਹੋਇਆ ਤਾਂ ਫਿਰ ਇੱਕ ਅੱਧੀ ਗੱਲ ਹੋਰ ਕਰਾਂਗੇ। ਗਾਉਂ ਜੀ, ਗਾਉਂ ਪਿੰਡ, ਗਾਉਂ ਜੀ ਆਇਆ ਗਾਵਾਂ ਤੋਂ, ਗਾਣੇ ਤੋਂ, ਗਾਂ ਤੋਂ ਜਿਹੜੀ ਬੀਜੇਪੀ ਦੀ ਹੋਊਗਾ ਜਦੋਂ ਜਿਹੜੇ ਰਾਜਸਥਾਨ ਵਾਲੇ ਲੈ ਕੇ ਆ ਰਹੇ ਹੁਣ ਦਿੱਲੀ ਲੈ ਕੇ ਆ ਰਹੇ, ਉਹ ਗਾਂ ਦੀ ਗੱਲ ਹੈ, ਰਾਜਸਥਾਨ ਵਾਲੀ ਗਾਂ। ਕਿਉਂਕਿ ਗਾਉਂ ਤੋਂ ਕਿਸੇ ਨੇ ਦੇਖਿਆ ਹੋਊਗਾ ਵੀ ਗਾਉਂ ਵਾਲਾ, ਗਊਆਂ ਵਾਲਾ, ਉਹਦੇ ਤੋਂ ਬਣਿਆ ਗਊਆਂ ਗਵਾਰ, ਫਿਰ ਉਹਨੂੰ ਗਵਾਰ ਵੀ ਕਿਹਾ ਗਿਆ। ਗਵਾਰ ਦਾ ਮਤਲਬ ਬਾਹਰ ਲਿਆ ਕੇ ਰੱਖਿਆ ਗਿਆ ਬਈ ਗਾਵਾਂ ਵਾਲਾ, ਉਹ ਹੀ ਮਤਲਬ ਹੀ ਹੈ, ਉਹ ਵੀ ਗਾਵਾਂ ਵਾਲਾ। ਲੇਕਿਨ ਅਸੀਂ ਗਵਾਰ ਕੀ ਕਹਿੰਦੇ ਆ? ਪੇਂਡੂ ਗਵਾਰ, ਬੇਅਕਲੀ ਹੈ। ਦੂਜਾ ਸ਼ਬਦ ਨਾਲ ਹੀ ਮਿਲਦਾ ਬਿੱਲਾ, ਬਿੱਲਾ ਬਣਿਆ ਵਿਲੇਜ ਤੋਂ, ਵਿਲੇਜ ਤੋਂ ਹੀ, ਤੇ ਵਿਲੇਜ ਤੋਂ ਹੀ ਬਣਿਆ ਵਿਲਨ। ਵਿਲਨ ਨੂੰ ਕੀ ਕਿਹਾ ਜਾਂਦਾ? ਜਿਹੜਾ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਉਹ ਪਿੰਡ ਦਾ ਗੁੰਡਾ, ਪਰ ਉਹ ਗੁੰਡਾ ਕੀ ਆ? ਉਹਦੇ ਨਾਲ ਮਿਲਦਾ ਗਵਾਲੇ ਦੇ ਨਾਲ। ਚੰਗਾ ਬੰਦਾ, ਪੇਂਡੂ, ਵਿਲੇਜ ਵਾਲਾ, ਚੰਗਾ ਬੰਦਾ। ਤੇ ਅਸੀਂ ਉਹਨੂੰ ਕੀ ਬਣਾ ਦਿੱਤਾ? ਗਵਾਰ, ਲੜਨ ਵਾਲਾ। ਇਹ ਸ਼ਬਦਾਂ ਦਾ ਹੇਰ ਫੇਰ ਜਦੋਂ ਹੁੰਦਾ। ਲਓ ਜੀ, ਚਾਪਲੂਸੀ ਜਿਹੜੀ ਅੱਜ ਕੱਲ੍ਹ ਮੋਦੀ ਕਰ ਰਿਹਾ। ਚਾਪਲੂਸੀ ਕੀ ਹੁੰਦੀ ਜੀ? ਚਾਪਲੂਸੀ ਹੁਣ ਲਾਗੇ ਲੱਗ ਜਾਂਦਾ, ਚੱਪਲ ਤਲਵੇ ਚਟਣੇ, ਜੀ ਹਜ਼ੂਰੀ ਕਰਨੀ ਕਿਸੇ ਦੀ। ਚਾਪਲੂਸੀ ਹੁੰਦੀ ਜਿਹੜੀ ਪੈਰਾਂ ਦੇ ਥੱਲੇ ਜਦੋਂ ਇਦਾਂ ਰੱਖਦੇ ਆ ਨਾ, ਜਿਹੜੀ ਉਹ ਚੱਪ ਪੈਂਦੀ ਆ, ਉਹਨੂੰ ਕਹਿੰਦੇ ਚਾਪ। ਤਲਵੇ ਚਟਣੀ ਲੂਸੀ ਹੁੰਦਾ ਚੂਸਣਾ, ਦੂਜੇ ਦੇ ਤਲਵੇ ਚੱਟਣਾ। ਜਿਹੜਾ ਮੋਦੀ ਇਸ ਵੇਲੇ ਕਿਹਦੇ ਤਲਵੇ ਚੱਟ ਰਿਹਾ ਜੀ?
ਅੰਬਾਨੀ ਦੇ ਅਡਾਨੀ ਦੇ ਤੇ ਦੂਜੀਆਂ ਵੱਡਿਆਂ ਦੇ ਬਿਰਲੇ ਸੋ ਇਸ ਤਰ੍ਹਾਂ ਸ਼ਬਦ ਬਣੇ ਨੇ, ਸ਼ਬਦ ਘੱਟ ਦੇ ਵੱਧ ਕਿੱਦਾਂ ਕਿੱਧਰ ਨੂੰ ਚਲੇ ਜਾਂਦੇ। ਇੱਕ ਗੱਲ ਸੀਗੀ ਸੁਰਜੇ ਇਜਾਜ਼ਤ ਹੋਵੇ ਨਹੀਂ ਜੀ, ਇੱਕ ਪਿਛਲੇ ਹਫਤੇ ਸਾਨੂੰ ਇੱਕ ਦੋਸਤ ਨੇ, ਸਾਡੇ ਵੀਰ ਨੇ ਕਿਹਾ ਸੀ ਕਿ ਇਹ ਝੂਠ ਬੋਲਦੇ ਨੇ। ਅਸੀਂ ਕਿਹਾ ਸੀ ਕਿ ਇੱਕ 8 ਰੁਪਏ ਦੀ ਮੱਕੀ ਜਦੋਂ ਅੰਬਾਨੀ ਅਡਾਨੀਆਂ ਦੇ ਪੈਕਾਂ 'ਚ ਪੈਦਾ ਹੋਈ ਆ, ਮਾਲ ਵਾਲਿਆਂ ਜਿਹੜੇ ਅੱਜ ਬੈਠੇ ਨੇ ਮਲਟੀ ਕਾਰਪੋਰੇਸ਼ਨ ਵੀ 150 ਰੁਪਏ ਦੀ ਵਿਕਦੀ ਹੈ, ਉਹਦੀ ਵੀਡੀਓ ਅਸੀਂ ਅਰੇਂਜ ਨਹੀਂ ਕਰ ਸਕੇ, ਪਰ ਸਾਡੇ ਕੋਲ ਵੀਡੀਓ ਹੈਗੀ। ਉਹ ਮੇਰੇ ਵੀਰ ਨੂੰ ਇਹ ਦੱਸਣਾ ਚਾਹੁੰਦੇ, ਝੂਠ ਵੀਰ ਜੀ ਅਸੀਂ ਨਹੀਂ ਬੋਲਦੇ, ਝੂਠ ਮੋਦੀ ਬੋਲਦਾ। ਜਿਹਦੇ ਤੁਸੀਂ ਕਹਿੰਦੇ ਸੀ ਵੀ ਮੋਦੀ ਸਹੀ ਆ, ਉਹ ਤਾਂ ਸਾਨੂੰ ਤਾਂ ਝੂਠ ਕਹਿ ਦਿੱਤਾ ਤੁਸੀਂ, ਕਿਉਂਕਿ ਸਾਡੇ ਕੋਲ ਵੀਡੀਓ ਵੀ ਹੈਗੀ ਆ। ਪਰ ਉਹ ਮੋਦੀ ਨੂੰ ਝੂਠ ਨਹੀਂ ਕਿਹਾ ਜਿਹਨੇ ਕਿਹਾ ਸੀ 15 ਲੱਖ ਨਾਲ ਫਰਾਡ ਕੀਤਾ, 15 ਲੱਖ ਤੁਹਾਡੇ ਬੈਂਕਾਂ 'ਚ ਆਉਣਾ, ਉਹ ਨਹੀਂ ਆਇਆ। 2 ਕਰੋੜ ਦੀ ਨੌਕਰੀਆਂ ਆਉਣਗੀਆਂ, ਉਹ ਨਹੀਂ ਆਇਆ। ਉਹ ਬੁਲਟ ਟ੍ਰੇਨ ਦੀ ਗੱਲਾਂ ਕਰਦਾ ਸੀਗਾ, ਉਹ ਨਹੀਂ ਆਈਆਂ। ਦੀਆਂ ਗੱਲਾਂ ਕਰਦਾ ਸੀ ਨਾ, ਝੂਠਾ ਤਾਂ ਉਹ ਆ। ਤੇ ਨਾ ਕਿ ਅਸੀਂ ਜਿਹੜੇ ਤੁਹਾਡੇ ਭਰਾ ਬੈਠੇ ਆ ਔਰ ਉਹਨਾਂ ਕੋਲ ਵੀਡੀਓ ਮੇਰੇ ਖਿਆਲ ਹੈ ਤੁਸੀਂ ਨਹੀਂ ਦੇਖੀ ਹੋਣੀ, ਬਾਕੀ ਸਾਰੀ ਦੁਨੀਆ ਨੇ ਉਹ ਵੀਡੀਓ ਦੇਖ ਲਈ। ਉਹ ਪ੍ਰੂਫ ਦੇ ਨਾਲ ਦਿਖਾ ਰਿਹਾ, ਪੈਕੇਜ ਦਿਖਾ ਰਿਹਾ ਵੀ ਇਹ ਪੈਕੇਜ 150 ਰੁਪਏ ਦਾ ਉਹਦੇ ਵਿੱਚ ਮਾਲ ਦੇ ਵਿੱਚ ਵਿਕਦਾ ਪਿਆ। ਟੈਲੀਵਿਜ਼ਨ ਤੋਂ ਅਸੀਂ ਜਿਹੜੀ ਗੱਲ ਕਰਦੇ ਹਾਂ ਤਕਰੀਬਨ ਕਿਉਂਕਿ ਅਸੀਂ ਵੀ ਕੋਈ ਐਡੇ ਮਹਾਰਥੀ ਨਹੀਂ ਹੈਗੇ, ਕੋਈ ਐਡੇ ਸਿਖਿਆਰਥੀ ਨਹੀਂ ਹੈਗੇ। ਹੋ ਸਕਦਾ ਅਸੀਂ ਕਿਤੇ ਨਾ ਕਿਤੇ ਗਲਤੀ ਕਰਦੇ ਹੋਵਾਂਗੇ, ਲੇਕਿਨ ਅਸੀਂ ਕੋਸ਼ਿਸ਼ ਕਰੀ ਦੀ ਵੀ ਜਿਹੜੀ ਸੱਚੀ ਗੱਲ ਉਹ ਤੁਹਾਡੇ ਮੂਹਰੇ ਪੂਰੀ ਕੋਸ਼ਿਸ਼ ਕਰਦੇ। ਹਾਂ 30 ਸੈਕਿੰਡ 'ਚ ਤੁਸੀਂ ਗੱਲ ਨਿਬੇੜਨੀ ਸੀ। ਚੰਬਲ ਦਾ ਡਾਕੂ ਅੱਜ ਮਮਤਾ ਬੈਨਰਜੀ ਨੇ ਕਿਹਾ। ਨਹੀਂ, ਮੈਂ ਪਹਿਲਾਂ ਉਹ ਗੱਲ ਕਲੀਅਰ ਕਰ ਦਵਾਂ ਪਲੀਜ਼। ਮੈਂ ਗੱਲ ਆਪਣੇ ਅੱਜ ਸਾਥੀਆਂ ਨੇ ਕਿੰਨਿਆਂ ਨੇ ਇਹ ਕੋਲ ਦੇ ਵਿੱਚ ਗੱਲਾਂ ਕੀਤੀਆਂ ਵੀ ਜਿਹੜੀ ਜਾਤ ਪਾਤ ਆ, ਵੀ ਜਾਤਾਂ ਜਿਹੜੀਆਂ ਨਾ, ਦੇਖੋ ਸਾਡਾ ਜਿਹੜਾ ਫਲਸਫਾ, ਜਿਹੜਾ ਸਾਡੀ ਸੋਚ ਆ, ਸਾਡੀ ਸੋਚ ਦੇ ਮੁਤਾਬਕ ਜਾਤਾਂ 2 ਹੀ ਨੇ ਦੁਨੀਆ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਮੰਨੀਆਂ ਜਾਂਦੀਆਂ ਜਾਤਾਂ। ਉਹ ਇੱਕ ਹੈਗੀ ਆ ਗਰੀਬ ਦੀ ਤੇ ਇੱਕ ਹੈਗੀ ਆ ਅਮੀਰ ਦੀ। ਅਸੀਂ ਇਹਨੂੰ ਮੰਨਦੇ ਆ ਵੀ ਇੱਕ ਗਰੀਬ ਆ ਤੇ ਇੱਕ ਅਮੀਰ ਆ, ਤੇ ਗਰੀਬ ਦੀ ਲੜਾਈ ਅਮੀਰ ਦੇ ਨਾਲ ਆ ਤੇ ਅਮੀਰ ਦੀ ਗਰੀਬ ਦੇ ਨਾਲ ਆ। ਸੋ ਇਹ ਜਾਤਾਂ ਨੇ ਜਿਹੜੀਆਂ ਦੂਜੀਆਂ ਜਾਤਾਂ ਨਾ ਅਸੀਂ ਬਣਾ ਚੁੱਕੇ ਆ ਜਾਂ ਬਣੀਆਂ ਹੋਈਆਂ ਨੇ, ਸਮਾਜਿਕ ਨੇ। ਇਹ ਤਾਂ ਸਮਾਜ ਨੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਬਣਾਈਆਂ ਹੋਈਆਂ ਨੇ। ਬਹੁਤ ਮਿਹਰਬਾਨੀ ਜੀ ਕੁਲਵੰਤ ਜੀ, ਕਿਉਂਕਿ 3 ਲੋਕ ਬੈਠੇ ਨੇ, ਉਹ ਬਹੁਤ ਸਾਰਾ ਸਮਾਨ ਹੁੰਦਾ, 1 ਘੰਟਾ ਘੱਟ ਹੁੰਦਾ, ਇਸ ਕਰਕੇ ਬਹੁਤ ਸਾਰੀਆਂ ਗੱਲਾਂ ਰਹਿ ਜਾਂਦੀਆਂ। ਅਗਰ ਸਾਡੇ ਕੋਲ ਅਗਰ ਕਿਸੇ ਦਾ ਦਿਲ ਦਿਖਾਊ ਸ਼ਬਦ ਬੋਲਿਆ ਹੋਵੇ ਤਾਂ ਅਸੀਂ ਮਾਫੀ ਚਾਹਾਂਗੇ। ਸਾਡੀ ਭਾਵਨਾ ਹਮੇਸ਼ਾ ਹੀ ਸੱਚ ਨੂੰ ਮੂਹਰੇ ਦੱਸਣ ਦੀ ਹੁੰਦੀ ਹੈ। ਕੁਲਵੰਤ ਜੀ, ਭਗਵੰਤ ਜੀ, ਤੁਸੀਂ ਆਏ, ਤੁਹਾਡਾ ਬਹੁਤ ਬਹੁਤ ਮਿਹਰਬਾਨੀ। ਸਾਡੇ ਕਹੇ ਹੋਏ ਸ਼ਬਦ ਜੋ ਇੱਥੇ ਬੋਲੇ ਹੋਏ, ਕਾਂਸ਼ੀ ਟੀਵੀ ਨਾਲ ਕੋਈ ਲੈਣ ਦੇਣ ਨਹੀਂ। ਕਾਂਸ਼ੀ ਟੀਵੀ ਕਿਸਾਨਾਂ ਦੇ ਅੰਦੋਲਨ ਦੇ ਨਾਲ ਖੜਾ ਹੋ ਸਕੇ ਤਾਂ ਉਹਦੀ ਇਕਨੋਮਿਕਲੀ ਸਹਾਇਤਾ ਵੀ ਕਰੋ ਜੀ। ਜੈ ਗੁਰਦੇਵ, ਜੈ ਭੀਮ।